कि जर्मन जाण दा तरीका जिहड़ा है वो कोई पढ़ाई के जरिए जाता, कोई जॉब दे लई जाता ते कोई जिहड़ा इत्थों एजेंटां दे थ्रू पैसे भर के जां कह लो 2 नंबर दे विच होर बड़े हथकंडे अपनाउंदा है, कोई उत्थे जाके विआह करवा लैंदा जां इत्थों विआह करा के चला जाता है। सारे बारे दसो कि सब तो पहला जाण दा तरीका की है? मैरिज करा के जाने भी मैरिज मुंडा होवे जां कुड़ी होवे ਉਹਦੇ ਬੇਸ ਤੇ ਤੁਸੀਂ ਜਾ ਸਕਦੇ ਆ ਵੀ ਕੁੜੀ ਉੱਥੇ ਆ ਤੇ ਮੁੰਡਾ ਇੱਥੇ ਆ, ਉਹਨੂੰ ਲੈਂਗੁਏਜ ਆਉਣੀ ਜ਼ਰੂਰੀ ਹੈ। ਤੁਸੀਂ 42 ਸਾਲ ਉੱਥੇ ਰਹੇ ਹੋ, ਉੱਥੋਂ ਦੇ ਪੰਜਾਬੀਆਂ ਦਾ ਹਾਲ ਕਿਦਾਂ ਦਾ ਹੈ? ਕਿਉਂਕਿ ਇੱਥੇ ਤਾਂ ਬੜੀਆਂ ਤੁਸੀਂ ਦੇਖਿਆ ਕਿ ਕਈ ਵਾਰੀ ਕੋਈ ਜਿਵੇਂ ਕਹਿੰਦੇ ਨੇ ਕਿ ਕੋਈ ਮੋਟਾ ਕੜਾ ਹੱਥ 'ਚ ਦੇਖਿਆ ਚੰਗੀਆਂ ਗਾਨੀਆਂ ਦੇਖ ਲਈਆਂ ਪ੍ਰਭਾਵਿਤ ਹੋ ਜਾਂਦੇ। ਸਾਡੇ ਪੰਜਾਬੀ ਪ੍ਰਭਾਵਿਤ ਬਹੁਤ ਛੇਤੀ ਹੁੰਦੇ ਇਹਨਾਂ ਚੀਜ਼ਾਂ ਤੋਂ। ਜੇ ਤੁਸੀਂ ਕਿਤੇ ਉਹਨਾਂ ਦੀਆਂ ਕਹਾਣੀਆਂ ਸੁਣੋ, ਜਿਹੜੇ ਲੋਕ ਡੌਂਕੀਆਂ ਮਾਰ ਕੇ ਏਜੰਟਾਂ ਦੇ ਰਾਹੀਂ ਭੇਜੇ ਹੋਏ ਬੱਚੇ ਜਾਂਦੇ ਆ ਤੇ ਲੂੰ ਕੰਡੇ ਖੜੇ ਹੋ ਜਾਂਦੇ ਆ। ਇਹ ਡੌਂਕੀਆਂ ਵਾਲਾ ਸਿਸਟਮ ਅੱਜ ਵੀ ਚੱਲਦਾ ਹੈ? ਡੌਂਕੀ ਵਾਲਾ ਸਿਸਟਮ ਚੱਲੀ ਜਾਂਦਾ, ਪਤਾ ਨਹੀਂ ਕਦੋਂ ਦਾ ਤੇ ਚੱਲੀ ਜਾਣਾ। ਇਹ ਏਜੰਟ ਹੁੰਦੇ, ਉਹਨਾਂ ਨੂੰ ਇਹਨਾਂ ਦਾ ਪਤਾ ਵੀ ਡੌਂਕੀ ਹੁੰਦੀ ਹੈ, ਪਰ ਉਹਨੂੰ ਇਹ ਨਹੀਂ ਪਤਾ ਵੀ ਔਖੀ ਕਿੰਨੀ ਹੈ। 3 ਸਾਲ ਤੁਸੀਂ ਘੱਟੋ ਘੱਟ ਉਹਦੇ ਨਾਲ ਰਹਿੰਦੇ ਆ। 3 ਰਿਲੇਸ਼ਨ ਹੈ ਜੀ, ਲਿਵਿੰਗ ਹਾਂ ਉਹਦੇ ਨਾਲ ਸਾਰਾ ਕੁਝ। ਫਿਰ ਤੁਹਾਨੂੰ ਹੋ ਸਕਦਾ ਵੀ ਉਹ ਤੁਹਾਡੇ ਕਰੈਕਟਰ ਨੂੰ, ਤੁਹਾਡੇ ਹਰ ਚੀਜ਼ ਨੂੰ ਦੇਖ ਕੇ ਫ੍ਰੀ ਵੀਜ਼ਾ ਦੇ ਦਿੰਦੇ, ਫਿਰ ਤੁਸੀਂ ਰਹਿ ਸਕਦੇ, ਫਿਰ ਕੋਈ ਪ੍ਰੋਬਲਮ ਨਹੀਂ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਵਕੀਲ ਦੀ ਸਲਾਹ ਦੇ ਵਿੱਚ D5 ਚੈਨਲ ਪੰਜਾਬੀ ਤੇ ਮੈਂ ਤੁਹਾਡੇ ਨਾਲ ਮੌਜੂਦ ਹਾਂ ਸੁਖਵਿੰਦਰ ਸਿੰਘ। ਦਰਸ਼ਕੋ, ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਤੱਕ ਉਹ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਹਾਂ ਜੋ ਬਿਲਕੁਲ ਸਰਲ ਤੇ ਸਿੱਧੀ ਭਾਸ਼ਾ ਦੇ ਵਿੱਚ ਵਕੀਲ ਦੀ ਸਲਾਹ ਹੁੰਦੀ ਹੈ ਕਿ ਤੁਸੀਂ ਕਿਹੜਾ ਕਦਮ ਤੁਹਾਨੂੰ ਚੁੱਕਣਾ ਚਾਹੀਦਾ, ਕਾਨੂੰਨੀ ਤੌਰ ਤੇ ਕਿਹੜਾ ਕਦਮ ਨਹੀਂ ਚੁੱਕਣਾ ਚਾਹੀਦਾ। ਜਰਮਨ ਦੇ ਉੱਤੇ ਗੱਲਬਾਤ ਕਰਾਂਗੇ। ਅੱਜ ਕੱਲ੍ਹ ਪੰਜਾਬੀਆਂ ਦੇ ਵਿੱਚ ਇੱਕ ਬੜੀ ਹੋੜ ਲੱਗੀ ਹੋਈ ਹੈ ਕਿ ਉਹ ਵਿਦੇਸ਼ਾਂ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਦੇਖਿਆ ਕਿ ਜਦੋਂ ਜਾਂਦੇ ਨੇ ਤਾਂ ਪਿੱਛੇ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੀਆਂ ਘਰ ਵਾਲੀਆਂ ਉਹ ਸਾਰੇ ਸੰਤਾਪ ਕਈ ਵਾਰੀ ਭੋਗਣਾ ਪੈਂਦਾ ਇਸ ਤਰ੍ਹਾਂ, ਕਿਉਂਕਿ ਉਹ ਵਿਦੇਸ਼ ਤੋਂ ਵਾਪਸ ਨਹੀਂ ਆਉਂਦੇ। ਕਈ ਵਾਰੀ ਕਈ ਲੁੱਟੇ ਜਾਂਦੇ ਨੇ। ਇਸ ਤਰ੍ਹਾਂ ਦੇ NRI ਜਿਹੜੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਨੇ, ਪਰਿਵਾਰ ਇੱਥੇ ਬੇਹੱਦ ਮਾੜੇ ਹਾਲਾਤਾਂ ਦੇ ਵਿੱਚ ਵੀ ਰਹਿੰਦੇ ਨੇ। ਜਰਮਨੀ ਨੂੰ ਲੈ ਕੇ ਖਾਸ ਕਰ ਅਸੀਂ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਸਾਡੇ ਨਾਲ ਜਰਮਨੀ ਤੋਂ ਐਡਵੋਕੇਟ ਹਰਜਿੰਦਰ ਸਿੰਘ ਸੇਖੋਂ ਮੌਜੂਦ ਨੇ, ਜਿਨ੍ਹਾਂ ਦਾ 42 ਸਾਲ ਦਾ ਤਜਰਬਾ ਹੈ ਜਰਮਨੀ ਦੇ ਵਿੱਚ ਰਹਿਣ ਦਾ। ਕਿਵੇਂ ਉੱਥੇ ਪੱਕੇ ਹੋਇਆ ਜਾ ਸਕਦਾ, ਕਿਵੇਂ ਜਿਹੜਾ ਧੋਖਾਧੜੀ ਤੋਂ ਬਚਿਆ ਜਾ ਸਕਦਾ, ਕਿਉਂਕਿ ਪੰਜਾਬੀ ਅਕਸਰ ਇਹ ਹੁੰਦਾ ਕਿ ਇੱਥੇ ਕੁੜੀ ਦਾ ਵਿਆਹ ਕਰ ਦਿੰਦੇ ਨੇ ਉਸ ਮੁੰਡੇ ਨਾਲ ਜਿਹੜਾ ਲੱਗਦਾ ਹੈ ਕਿ ਉਹਨਾਂ ਨੂੰ ਕਿ ਬਾਹਰਲੇ ਮੁਲਕ ਤੋਂ ਆਇਆ। ਉੱਥੇ ਕਿੱਥੇ ਰਹਿੰਦੇ ਨੇ, ਉੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ ਜਰਮਨ ਦੇ ਵਿੱਚ। ਜੇਕਰ ਤੁਹਾਡੇ ਨਾਲ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਕਿ ਤੁਹਾਨੂੰ ਠੱਗੀ ਦਾ ਸ਼ਿਕਾਰ ਹੋਣਾ ਪੈਂਦਾ, ਭਾਵੇਂ ਉਹ ਕੁੜੀ ਵਾਲੇ ਹੋਣ ਭਾਵੇਂ ਮੁੰਡੇ ਵਾਲੇ ਹੋਣ, ਤਾਂ ਉਸ ਨਾਲ ਕਿੱਦਾਂ ਨਜਿੱਠਿਆ ਜਾ ਸਕਦਾ, ਸਾਰੀਆਂ ਗੱਲਾਂ ਤੇ ਬੜੀ ਵਿਸਥਾਰ ਨਾਲ ਗੱਲਬਾਤ ਕਰਾਂਗੇ। ਸੇਖੋ ਸਾਹਿਬ, ਤੁਹਾਡਾ ਸਵਾਗਤ ਹੈ D5 ਚੈਨਲ। ਸਤਿ ਸ਼੍ਰੀ ਅਕਾਲ ਜੀ। ਸੇਖੋ ਸਾਹਿਬ, ਜਿਵੇਂ ਮੈਂ ਦੱਸਿਆ ਕਿ ਸਭ ਤੋਂ ਪਹਿਲਾਂ ਆਪਾਂ ਇੱਥੋਂ ਹੀ ਸ਼ੁਰੂ ਕਰੀਏ ਕਿ ਜਰਮਨ ਜਾਣ ਦਾ ਤਰੀਕਾ ਜਿਹੜਾ ਹੈ ਉਹ ਕੋਈ ਪੜ੍ਹਾਈ ਦੇ ਜ਼ਰੀਏ ਜਾਂਦਾ, ਕੋਈ ਜੌਬ ਦੇ ਲਈ ਜਾਂਦਾ ਤੇ ਕੋਈ ਜਿਹੜਾ ਇੱਥੋਂ ਏਜੰਟਾਂ ਦੇ ਥਰੂ ਪੈਸੇ ਭਰ ਕੇ ਜਾਂ ਕਹਿ ਲਓ 2 ਨੰਬਰ ਦੇ ਵਿੱਚ ਹੋਰ ਬੜੇ ਹਥਕੰਡੇ ਅਪਣਾਉਂਦਾ ਹੈ। ਕੋਈ ਉੱਥੇ ਜਾ ਕੇ ਵਿਆਹ ਕਰਵਾ ਲੈਂਦਾ ਜਾਂ ਇੱਥੋਂ ਵਿਆਹ ਕਰਾ ਕੇ ਚਲਾ ਜਾਂਦਾ। ਸਾਰੇ ਬਾਰੇ ਦੱਸੋ ਕਿ ਸਭ ਤੋਂ ਪਹਿਲਾਂ ਜਾਣ ਦਾ ਤਰੀਕਾ ਕੀ ਹੈ ਜਰਮਨ 'ਚ? ਦੇਖੋ, ਜਾਣ ਦਾ ਜਿਹੜਾ ਜਰਮਨ 'ਚ ਖਾਸ ਕਰਕੇ ਤੁਸੀਂ ਜਰਮਨ ਬਾਰੇ ਗੱਲ ਕਰ ਰਹੇ ਹੋ, ਜਰਮਨ 'ਚ ਸਟੂਡੈਂਟ ਅੱਜ ਕੱਲ੍ਹ ਬਹੁਤ ਜਾ ਰਹੇ ਆ। ਬਹੁਤ ਸਟੂਡੈਂਟ ਜਿਹੜੇ ਆ ਜਰਮਨ 'ਚ ਸਾਰੇ ਜਰਮਨ 'ਚ ਯੂਨੀਵਰਸਿਟੀ 'ਚ ਸਟੂਡੈਂਟ ਪੜ੍ਹ ਰਹੇ ਆ। ਨੰਬਰ 1। ਨੰਬਰ 2, ਜੇ ਤੁਹਾਨੂੰ ਉੱਥੇ ਜੋਬ ਆਫਰ ਹੋ ਜਾਂਦੀ ਹੈ, ਕੋਈ ਫਰਮ ਤੁਹਾਨੂੰ ਇਨਵਾਈਟ ਕਰਦੀ ਹੈ, ਤੁਸੀਂ ਸਪੈਸ਼ਲ ਹੈ ਤੁਹਾਡੀ ਕੋਈ ਲਾਈਨ ਉਹਦੀ, ਜਿਨ੍ਹਾਂ ਦੀ ਜਰਮਨ ਜਿਹੜੀ ਫਰਮ ਹੈਗੀ ਉਹਨੂੰ ਲੋੜ ਆ ਤੁਹਾਡੀ, ਜਿਵੇਂ ਟੈਕਨੀਸ਼ੀਅਨ ਹੋਏ, ਇਲੈਕਟ੍ਰਿਕ ਸਿਸਟਮ ਹੋਇਆ, ਡਿਜ਼ਾਈਨਰ ਹੋਏ, ਉਹ ਤੁਹਾਨੂੰ ਉਹਨੂੰ ਐਡਵਰਟਾਈਜ਼ ਕਰਦੇ ਆ, ਤੁਸੀਂ ਔਨਲਾਈਨ ਉਹਨੂੰ ਅਪਲਾਈ ਕਰਦੇ ਆ ਅਤੇ ਉਹ ਤੁਹਾਨੂੰ ਜੋਬ ਲੈਟਰ ਦੇ ਦਿੰਦੀ ਹੈ। ਉਹ ਤਰੀਕਾ ਲੀਗਲ ਬੇਸ, ਬਿਲਕੁਲ ਲੀਗਲ, ਕੋਈ ਨਹੀਂ ਉਹਦੇ 'ਚ ਕੋਈ ਜਿਹੜਾ ਹੈਗਾ ਵੈਸੇ ਤੁਹਾਨੂੰ ਉਹ ਲੈਟਰ ਦੇਖ ਕੇ ਅਤੇ ਉਹ ਤੁਹਾਨੂੰ ਵੀਜ਼ਾ ਦੇ ਦੇਣਾ। ਤੁਸੀਂ ਉੱਥੇ ਜਾਓਗੇ, ਤੁਸੀਂ ਨੌਕਰੀ ਕਰੋਗੇ, ਕੰਮ ਕਰੋਗੇ। ਤੁਹਾਡਾ ਇੱਥੋਂ ਤੱਕ ਕਿ ਉਹ ਲੋਕ ਪਹਿਲਾਂ ਜਾਣ ਤੋਂ ਅਰੇਂਜਮੈਂਟ ਰਹਿਣ ਦਾ ਵੀ ਕਰਦੇ ਆ, ਜਿਹੜੀ ਫਰਮ ਤੁਹਾਨੂੰ ਦੇਊਗੀ ਉਹ ਰਹਿਣ ਦਾ। ਕੁਝ ਲੋਕ ਹੈਗੇ ਆ ਜਿਹੜੇ ਇੱਥੇ ਜਿਵੇਂ ਬੰਗਲੌਰ ਹੈ, ਉਹਦੇ ਵਿੱਚ ਕਈ ਫਰਮਾਂ ਹੈਗੀਆਂ ਜਿਹੜੀਆਂ ਇੱਥੋਂ ਭਰਤੀ ਕਰਦੀਆਂ ਅਤੇ ਉੱਥੋਂ ਇਨਵੀਟੇਸ਼ਨ ਲੈਂਦੀਆਂ ਉਹਨਾਂ ਫਰਮਾਂ ਤੋਂ
ਕਿ ਤੁਹਾਨੂੰ ਕਿਹੜੇ ਬੰਦੇ ਚਾਹੀਦੇ ਆ, ਉਹ ਉੱਥੇ ਭੇਜਦੇ ਆ ਉਹਨਾਂ ਨੂੰ। ਮਤਲਬ ਸਾਡੇ ਬੰਦੇ ਨੂੰ ਇੱਥੇ ਭਰਤੀ ਕਰ ਲੈਂਦੇ ਆ, ਉੱਥੇ ਉਹਨਾਂ ਨੂੰ ਭੇਜਦੇ ਆ ਅਤੇ ਉਹ ਤਨਖਾਹ ਦਿੰਦੇ ਆ, ਉਹ ਆਪਦੇ ਹਿਸਾਬ ਨਾਲ ਦਿੰਦੇ। ਵਿੱਚ ਉਹਨਾਂ ਕਮਿਸ਼ਨ ਤਾਂ ਲੈਣਾ ਹੀ ਹੁੰਦਾ, ਕਿਉਂਕਿ ਉਹ ਜਿਹੜੀਆਂ ਇੰਸਟੀਟਿਊਸ਼ਨਸ ਨੇ। ਅਤੇ ਇੱਕ ਕਿਤੇ ਇਹ ਹੋ ਗਿਆ, ਇੱਕ ਹੋ ਗਿਆ ਵੀ ਤੁਸੀਂ ਮੈਰਿਜ ਕਰਾ ਕੇ ਜਾਂਦੇ ਆ, ਵੀ ਮੈਰਿਜ ਮੁੰਡਾ ਹੋਵੇ ਜਾਂ ਕੁੜੀ ਹੋਵੇ, ਉਹਦੇ ਬੇਸ 'ਤੇ ਤੁਸੀਂ ਜਾ ਸਕਦੇ ਆ ਵੀ ਕੁੜੀ ਉੱਥੇ ਆ ਅਤੇ ਮੁੰਡਾ ਇੱਥੇ ਆ। ਉਹਨੂੰ ਲੈਂਗੁਏਜ ਆਉਣੀ ਜ਼ਰੂਰੀ ਹੈ ਅੱਜ ਕੱਲ੍ਹ, ਜਰਮਨ ਲੈਂਗੁਏਜ ਆਉਣੀ ਜ਼ਰੂਰੀ ਆ। ਉਹਨੂੰ ਟੈਸਟ ਪਾਸ ਕਰਨਾ ਪੈਂਦਾ, ਜਿਹਨੂੰ ਤੁਸੀਂ ਲੈਂਗੁਏਜ ਨੂੰ ਪਾਸ ਕਰਕੇ ਉਹਦਾ ਜਿਹੜਾ ਟੈਸਟ ਆ ਉਹ ਐਮਬੈਸੀ ਦੇ ਵਿੱਚ ਹੁੰਦਾ, ਉਹ ਸਰਟੀਫਿਕੇਟ ਦਿੰਦੀ ਹੈ। ਉਹ ਜਦੋਂ ਤੁਸੀਂ ਫਾਈਲ ਬਣਾਉਣੀ ਹੈ ਉਹਦੇ ਨਾਲ ਲਾਉਣਾ ਪੈਂਦਾ, ਫਿਰ ਤੁਹਾਨੂੰ ਵੀਜ਼ਾ ਮਿਲਣਾ, ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ। ਉਹਦੇ ਲਈ ਕੋਈ 6 ਮਹੀਨੇ ਲੱਗ ਸਕਦੇ, 3 ਮਹੀਨਿਆਂ 'ਚ ਵੀ ਕਰ ਸਕਦੇ, ਤੁਹਾਡੇ 'ਤੇ ਡਿਪੈਂਡ ਕਰਦਾ। ਅਤੇ ਸਟੂਡੈਂਟਸ ਜਿਹੜੇ ਜਾਂਦੇ ਆ ਉਹਨਾਂ ਨੂੰ ਵੀ ਜੇ ਲੈਂਗੁਏਜ ਪਹਿਲਾਂ ਆਉਂਦੀ ਹੋਵੇ ਤਾਂ ਉੱਥੇ ਜਾ ਕੇ ਉਹਨਾਂ ਦਾ 9 ਮਹੀਨੇ ਦਾ ਟਾਈਮ ਬਚ ਜਾਂਦਾ, ਉਹਨਾਂ ਨੂੰ ਅੱਗੇ ਸਟੱਡੀ ਸ਼ੁਰੂ ਹੋ ਜਾਂਦੀ ਹੈ। ਅਦਰਵਾਈਜ਼ ਉੱਥੇ ਜਾ ਕੇ ਕਰਨਾ ਪੈਂਦਾ। ਅਦਰਵਾਈਜ਼ ਉਹ ਜਿਹੜੇ ਤਾਂ ਜਾਂਦੇ ਆ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ, ਉਹਨਾਂ ਨੂੰ ਤਾਂ ਲੋੜ ਨਹੀਂ, ਉਹ ਨਾਲ ਨਾਲ ਪੜ੍ਹਨਾ ਪੈਂਦਾ। ਪਰ ਜਿਹੜੇ ਪੋਸਟ ਗ੍ਰੈਜੂਏਸ਼ਨ ਤੋਂ ਘੱਟ ਕੁਆਲੀਫਿਕੇਸ਼ਨ ਹੁੰਦੀ ਆ, ਉਹਨਾਂ ਨੂੰ ਪਹਿਲਾਂ ਕਰਨਾ ਪੈਂਦਾ। ਉਹ ਪਹਿਲਾਂ ਉਹ ਲੈਂਗੁਏਜ ਕੋਰਸ ਕਰਨਗੇ, ਫਿਰ ਹੀ ਪੜ੍ਹ ਸਕਣਗੇ ਕਿਤਾਬਾਂ ਉੱਥੋਂ ਦੀਆਂ, ਹੈ ਨਾ। ਇਹ ਉਹਦਾ ਇੱਕ ਤਰੀਕਾ ਹੈਗਾ। ਤੁਸੀਂ 42 ਸਾਲ ਉੱਥੇ ਰਹੇ ਹੋ, ਉੱਥੋਂ ਦੇ ਪੰਜਾਬੀਆਂ ਦਾ ਹਾਲ ਕਿੱਦਾਂ ਦਾ ਹੈ? ਕਿਉਂਕਿ ਇੱਥੇ ਤਾਂ ਬੜੀਆਂ ਤੁਸੀਂ ਦੇਖਿਆ ਕਿ ਕਈ ਵਾਰੀ ਕੋਈ ਜਿਵੇਂ ਕਹਿੰਦੇ ਨੇ ਕਿ ਕੋਈ ਮੋਟਾ ਕੜਾ ਹੱਥ 'ਚ ਦੇਖਿਆ, ਚੰਗੀਆਂ ਗਾਨੀਆਂ ਦੇਖ ਲਈਆਂ, ਪ੍ਰਭਾਵਿਤ ਹੋ ਜਾਂਦੇ। ਸਾਡੇ ਪੰਜਾਬੀ ਪ੍ਰਭਾਵਿਤ ਬਹੁਤ ਛੇਤੀ ਹੁੰਦੇ ਇਹਨਾਂ ਚੀਜ਼ਾਂ ਤੋਂ। ਉੱਥੋਂ ਦੀ ਕਿੱਦਾਂ ਦੀ ਦਸ਼ਾ ਉੱਥੇ ਪੰਜਾਬੀਆਂ ਦੀ? ਦੇਖੋ ਜੀ, ਕੰਟਰੀ ਵਧੀਆ, ਸਾਫ ਸੁਥਰਾ, ਹੇਰਾ ਫੇਰੀ ਕੋਈ ਨਹੀਂ, ਠੱਗੀ ਚਾਰੀ ਕੁਛ ਨਹੀਂ ਹੈਗਾ ਉੱਥੇ। ਅਤੇ ਜਿਹੜੇ ਮੁੰਡੇ ਉੱਥੇ ਜਾਂਦੇ ਰਹਿੰਦੇ ਆ, ਉਹ ਕੰਮ ਕਰਦੇ ਆ ਸਾਰੇ ਵਧੀਆ, ਸਟੈਂਡਰਡ ਆਫ ਲਿਵਿੰਗ ਨਾਲ ਰਹਿੰਦੇ ਆ, ਖਾਂਦੇ ਪੀਂਦੇ ਵਧੀਆ, ਰਹਿਣ ਸਹਿਣ ਵਧੀਆ, ਸਾਫ ਸੁਥਰਾ ਮੁਲਕ ਹੈਗਾ। ਅਤੇ ਉਹਦੇ ਹਿਸਾਬ ਨਾਲ ਜਦੋਂ ਫਿਰ ਉਹ ਕਿਸੇ ਤਰੀਕੇ ਨਾਲ ਪੱਕੇ ਹੋ ਜਾਂਦੇ ਆ, 2-4 ਤਰੀਕੇ ਉਹਦੇ ਪੱਕੇ ਹੋਣ ਦੇ ਵੀ। ਮੈਰਿਜ ਹੋ ਗਈ, ਜਿਹੜਾ ਹੈਗਾ ਜੋਬ ਦੇ ਬੇਸ 'ਤੇ ਹੋ ਗਏ, ਅਤੇ ਉਹਦੇ ਬੇਸ 'ਤੇ ਜੋ ਪੱਕੇ ਹੋ ਜਾਂਦੇ, ਜੋ ਫਿਰ ਇੱਥੇ ਆਉਂਦੇ, ਫਿਰ ਉਹਨਾਂ ਨੇ ਉਹ ਪੈਸੇ ਨੂੰ ਤਾਂ ਦਿਖਾਉਣਾ ਹੀ ਹੈ ਨਾ। ਪਰ ਉਹਨਾਂ ਕੋਲ ਪ੍ਰੋਬਲਮ ਇਹ ਹੁੰਦੀ ਵੀ ਉਹ ਇੱਥੇ ਆ ਕੇ ਪ੍ਰੋਬਲਮ ਖੜੀ ਹੋ ਜਾਂਦੀ ਵੀ ਉਹਨਾਂ ਨੇ ਜਿੰਨੇ ਕੁ ਪੈਸੇ ਲਿਆਂਦੇ, ਉਹ 15 ਦਿਨ ਆਏ ਛੁੱਟੀ ਜਾਂ ਮਹੀਨਾ ਆਏ, ਉਹ ਜਿੰਨੇ ਪੈਸੇ ਲੈ ਆਉਂਦੇ ਉਹਨਾਂ ਨੇ 15 ਦਿਨਾਂ 'ਚ ਉਹ ਖਰਚਣੇ ਹੁੰਦੇ ਆ। ਅਤੇ ਜਦੋਂ ਉਹਨਾਂ ਨੂੰ ਉਹ ਖਰਚਣ ਨੂੰ ਲੋਕ ਵੇਖਦੇ ਆ ਵੀ ਉਹ ਹੈ ਇੰਨਾ ਪੈਸਾ ਉੱਥੇ ਜਰਮਨ 'ਚ, ਫਿਰ ਦੂਜੇ ਬੰਦਿਆਂ ਦੀ ਵੀ ਹੋ ਜਾਂਦੀ ਵੀ ਅਸੀਂ ਵੀ ਚੱਲੀਏ। ਜ਼ਰੂਰੀ ਹੁੰਦਾ ਕਿ ਉਹ ਜਿੰਨੇ ਪੈਸੇ ਲਿਆਂਦੇ ਉਨੇ ਹੀ ਖਰਚਣੇ ਨੇ, ਅਤੇ ਉਹ ਲਿਆਉਂਦੇ ਉਹ ਜੇ 2 ਸਾਲ ਜਾਂ 4 ਸਾਲ ਬਾਅਦ ਆਇਆ ਬੰਦਾ ਪੱਕਾ ਹੋ ਗਈ, ਅਤੇ ਉਹ ਪੈਸੇ ਤਾਂ ਉਹਦੇ ਕੋਲ ਹੋਣਗੇ ਹੀ, ਪਿੱਛੇ ਵੀ ਬਥੇਰਾ ਸੈਟਲ ਹੋ ਜਾਂਦੇ ਆ ਲੋਕ। ਅਤੇ ਉਹ ਫਿਰ ਦੂਸਰੇ ਬੰਦੇ ਇਹ ਨਹੀਂ ਵੇਖਦੇ ਵੀ ਅਸੀਂ ਵੀ ਇਹ ਕਿਵੇਂ ਸੈਟਲ ਹੋਇਆ, ਇਹ ਨਹੀਂ ਪੁੱਛਦੇ ਵੀ ਪੱਕਾ ਕਿਵੇਂ ਹੋਇਆ ਜਾਂ ਇਹ ਕੀ ਬੇਸ ਸੀਗਾ। ਉਹਦੀਆਂ ਰਾਤਾਂ ਕੱਟੀਆਂ ਨਹੀਂ ਦੇਖਦੇ ਕਿ ਉਹਨੇ ਦਿਨ। ਨਾ ਜੀ ਨਾ, ਜੇ ਤੁਸੀਂ ਕਿਤੇ ਉਹਨਾਂ ਦੀਆਂ ਕਹਾਣੀਆਂ ਸੁਣੋ, ਜਿਹੜੇ ਲੋਕ ਡੌਂਕੀਆਂ ਮਾਰ ਕੇ ਏਜੰਟਾਂ ਦੇ ਰਾਹੀਂ ਭੇਜੇ ਹੋਏ ਬੱਚੇ ਜਾਂਦੇ ਆ, ਲੂੰ ਕੰਡੇ ਖੜੇ ਹੋ ਜਾਂਦੇ ਆ ਵੀ ਕਿਵੇਂ ਜਰਮਨ ਪਹੁੰਚੇ। ਜਰਮਨ ਇੱਕ ਇਹੋ ਜਿਹਾ ਕੰਟਰੀ ਆ, ਉੱਥੇ ਇੱਕ ਲਾ ਸੀਗਾ ਜਦੋਂ ਸੈਕੰਡ ਵਰਲਡ ਵਾਰ ਹੋਈ, ਅਤੇ ਉਹ ਬਾਹਰ ਗਏ ਲੋਕ ਦੂਜੇ ਕੰਟਰੀਆਂ 'ਚ, ਦੂਸਰੇ ਕੰਟਰੀਆਂ 'ਚ ਗਏ, ਅਤੇ ਜਦੋਂ ਉਹ ਸਾਰਾ ਕੁਝ ਠੀਕ ਹੋਇਆ, ਉਹ ਆਪਦੇ ਕੰਟਰੀ 'ਚ ਵਾਪਸ ਆਏ। ਉਹਨਾਂ ਨੇ ਇੱਕ ਕਾਨੂੰਨ ਬਣਾਇਆ ਕਿ ਸਾਡੇ ਮੁਲਕ 'ਚ ਜੇ ਕੋਈ ਬੰਦਾ ਆਊਗਾ ਜਿਹਨੂੰ ਪ੍ਰੋਬਲਮ ਹੋਵੇ, ਅਤੇ ਅਸੀਂ ਉਹਨੂੰ ਛੱਤ ਅਤੇ ਪੈਸਾ ਖਾਣ ਨੂੰ ਦਿਆਂਗੇ। ਇਹ ਕਾਨੂੰਨ ਅੱਜ ਤਾਈਂ ਚੱਲੀ ਜਾਂਦਾ, ਇਹਦੇ ਬੇਸ 'ਤੇ ਵੀ ਲੋਕ ਰਹੀ ਜਾਂਦੇ ਉੱਥੇ। ਇਸ ਤਰ੍ਹਾਂ ਇਹ ਡੋਂਕੀਆਂ ਵਾਲਾ ਸਿਸਟਮ ਅੱਜ ਵੀ ਚੱਲਦਾ? ਡੌਂਕੀ ਵਾਲਾ ਸਿਸਟਮ ਚੱਲੀ ਜਾਂਦਾ, ਪਤਾ ਨਹੀਂ ਕਦੋਂ ਦਾ, ਤੇ ਚੱਲੀ ਜਾਣਾ ਇਹ ਤਾਂ। ਕਿਉਂਕਿ ਜਿਹੜੇ ਡੌਂਕੀ ਵਾਲੇ ਉਹਨਾਂ ਨੂੰ ਨਹੀਂ, ਜਿਹੜੇ ਇੱਥੇ ਸਾਡੇ ਮੇਰੇ ਵੀਰ ਏਜੰਟ ਹੁੰਦੇ, ਉਹਨਾਂ ਨੂੰ ਇਹਨਾਂ ਦਾ ਪਤਾ ਵੀ ਡੌਂਕੀ ਹੁੰਦੀ ਹੈ, ਪਰ ਉਹਨੂੰ ਇਹ ਨਹੀਂ ਪਤਾ ਵੀ ਔਖੀ ਕਿੰਨੀ ਹੈ, ਡੌਂਕੀ ਲੱਗਦੀ ਕਿਵੇਂ ਹੈ। ਭੁੱਖੇ ਧਿਆਏ ਲੋਕ ਬੱਚੇ ਰਹਿ ਕੇ ਤੇ ਪਹੁੰਚਦੇ ਕਿਸੇ ਤਰੀਕੇ ਨਾਲ। ਕਈ ਤਾਂ ਰਾਹ 'ਚ ਹੀ ਕਹਿੰਦੇ ਪੂਰੇ ਹੋ ਜਾਂਦੇ। ਬਿਲਕੁਲ, ਕਿਉਂਕਿ ਇੰਨੀ ਤੁਸੀਂ ਬਰਫ਼ ਦੇ ਵਿੱਚ ਦੀ ਤੁਰਨਾ, ਬਰਫ਼ ਦੇ ਵਿੱਚ ਦੀ ਅਗਲੇ ਦੂਜੇ ਕੰਟਰੀ ਜਾਣਾ, ਫਿਰ ਪਿਛਾਂਹ ਨੂੰ ਭੱਜਣਾ ਕਰਨਾ, ਬੜੀਆਂ ਪ੍ਰੋਬਲਮਸ ਹੁੰਦੀਆਂ, ਕੋਈ ਇੰਨਾ ਸੌਖਾ ਨਹੀਂ ਹੈਗਾ ਵੀ ਜੇ। ਔਰ ਜਰਮਨ ਜਿਹੜਾ ਕੰਟਰੀ ਹੈਗਾ ਉਹ ਬੜਾ ਸਖਤ ਹੈਗਾ ਥੋੜ੍ਹਾ ਜਿਹਾ ਇੰਨਾ ਇਹ ਸਿਸਟਮ ਦੇ ਲਿਹਾਜ਼ ਨਾਲ ਜੀ। ਇੱਕ ਆਪਾਂ ਹੁਣ ਉਸ 'ਤੇ ਗੱਲ 'ਤੇ ਆਈਏ ਕਿ ਕਾਨੂੰਨ ਦੇ ਮੁਤਾਬਕ, ਜਿਵੇਂ ਹੁਣ ਜਰਮਨ ਦੇ ਵਿੱਚ ਜਦੋਂ ਕੋਈ ਵਿਆਹ ਕਰਵਾ ਕੇ ਇੱਥੋਂ ਜਾਂ ਚਲਾ ਜਾਂਦਾ ਵਿਆਹ ਕਰਵਾ ਕੇ, ਜਾਂ ਫਿਰ ਉੱਥੇ ਜਾ ਕੇ ਵਿਆਹ ਕਰਵਾਉਂਦੇ ਨੇ, ਜਾਂ ਉੱਥੇ ਪੱਕੇ ਹੋਣ ਦੇ ਲਈ ਕਿਸ ਤਰ੍ਹਾਂ ਦੇ ਦਾਅ ਪੇਚ ਵਰਤਦੇ ਨੇ? ਕਿਉਂਕਿ ਕਈ ਇੱਦਾਂ ਹੁੰਦਾ ਹੈ ਕਿ ਇੱਥੋਂ ਮਾੜਾ ਮੋਟਾ ਕੰਮ ਕਰਦੇ ਏਜੰਟਾਂ ਦੇ ਧੱਕੇ ਚੜ੍ਹ ਜਾਂਦੇ ਨੇ
ਕਿ ਤੁਹਾਨੂੰ ਜਰਮਨ ਦਿਖਾ ਦਿੰਦੇ ਆ, ਜਾ ਕੇ ਜਰਮਨ ਦੇਖਦੇ ਨੇ, ਉੱਥੇ ਜਾ ਕੇ ਪਤਾ ਲੱਗਦਾ ਕਿ ਕਈ ਸਾਲ ਵੀ ਧੱਕੇ ਕਹਿੰਦੇ ਖਾਣੇ ਪੈਂਦੇ ਨੇ। ਜਿਹੜਾ ਬੰਦਾ ਤਾਂ ਇੱਥੇ ਵਿਆਹਿਆ ਹੂੰ ਉਹਦਾ ਤਾਂ ਵਿਆਹ ਹੋ ਨਹੀਂ ਸਕਦਾ, ਕਿਉਂਕਿ ਉਹਦੇ ਪੇਪਰ ਇੱਥੋਂ ਜਾਣੇ ਹੁੰਦੇ ਸਾਰੇ, ਇੱਥੋਂ ਬਣ ਕੇ ਵੈਰੀਫਿਕੇਸ਼ਨ ਹੋ ਕੇ ਜਾਣੀ ਹੁੰਦੀ ਹਰ ਇੱਕ ਚੀਜ਼ ਦੀ, ਵੀ ਇਹ ਅਨਮੈਰਿਡ ਆ, ਉਹਦਾ ਪ੍ਰੋਪਰ ਪ੍ਰੋਸੀਜਰ ਆ। ਹਾਂਜੀ, ਬਰਥ ਸਰਟੀਫਿਕੇਟ ਜਾਣਾ, ਉਹਦਾ ਅਨਮੈਰਿਡ ਸਰਟੀਫਿਕੇਟ ਟੈਸਟ ਕਰਨਾ, ਪਹਿਲਾਂ ਡਿਪਟੀ ਕਮਿਸ਼ਨਰ ਤੋਂ ਲੈ ਕੇ ਪੰਜਾਬ ਗਵਰਨਮੈਂਟ ਸੈਕਟਰੀ ਤੋਂ ਲੈ ਕੇ ਫਿਰ ਐਕਸਟਰਨਲ ਅਫੇਅਰ ਮਿਨਿਸਟਰੀ ਨੇ ਉਹਨੂੰ ਟੈਸਟ ਕਰਨਾ। ਅਤੇ ਉਹ ਜਿਹੜਾ ਵਿਆਹਿਆ ਹੋਇਆ ਉਹ ਕਿਵੇਂ ਉਹ ਕਰੂਗਾ? ਉੱਥੇ ਜਾ ਕੇ ਉਹਦੀ ਮੈਰਿਜ ਨਹੀਂ ਹੋ ਸਕਣੀ ਜਿੰਨੀ ਦੇਰ ਉਹ ਇਹ ਸਾਰੇ ਜਿਹੜਾ ਇੰਪਲੀਮੈਂਟ ਨਹੀਂ ਕਰਦਾ ਸਾਰੀ ਚੀਜ਼ਾਂ ਨੂੰ। ਅਤੇ ਜਿਹੜਾ ਕੁਆਰਾ ਹੈਗਾ ਉਹਦੇ ਲਈ ਕੋਈ ਪ੍ਰੋਬਲਮ ਨਹੀਂ ਹੈਗੀ ਮੈਰਿਜ ਉੱਥੇ ਕਰਾਉਣੀ। ਅਤੇ ਜੇ ਉਹ ਉੱਥੇ ਵਿਆਹਿਆ, ਫਰਜ਼ ਕਰੋ ਜਰਮਨ ਦੇ ਵਿੱਚ ਵਿਆਹਿਆ, ਅਤੇ ਉਹਨੂੰ ਇੰਡੀਆ ਆ ਕੇ ਵਿਆਹ ਨਹੀਂ ਕਰਾਉਣਾ ਚਾਹੀਦਾ। ਉਹ ਫੈਂਸ ਕਰਦਾ, ਉੱਥੇ ਉਹਦਾ ਵਿਆਹ ਜਿਹੜਾ ਉਹ ਕੈਂਸਲ ਹੋ ਜੂ ਜੇ ਪਤਾ ਲੱਗ ਜੇ ਉਹਨਾਂ ਨੂੰ ਵੀ ਇਹਨੇ ਤਾਂ ਇੰਡੀਆ 'ਚ ਮੈਰਿਜ ਕਰਾ ਲਈ। ਈਵਨ ਕਿ ਜੇ ਤੁਸੀਂ ਜਰਮਨ ਸਿਟੀਜ਼ਨ ਆ ਅਤੇ ਤੁਹਾਡੇ ਕੋਲ ਇੰਡੀਅਨ ਵੀ ਹੈਗਾ ਪਾਸਪੋਰਟ, 2 ਪਾਸਪੋਰਟ ਨਹੀਂ ਤੁਸੀਂ ਰੱਖ ਸਕਦੇ, 2 ਸਿਟੀਜ਼ਨ ਨਹੀਂ ਰੱਖ ਸਕਦੇ ਤੁਸੀਂ ਜਰਮਨ 'ਚ। ਦੇਰ ਇਜ਼ ਨੋ ਡਬਲ ਸਿਟੀਜ਼ਨਸ਼ਿਪ। ਤੁਹਾਡੀ ਇੰਡੀਅਨ ਸਿਟੀਜ਼ਨ ਕੈਂਸਲ ਨਹੀਂ ਹੋਊਗੀ, ਜਰਮਨ ਕੈਂਸਲ ਹੋ ਜੂਗੀ ਆਟੋਮੈਟਿਕਲੀ ਬਿਨਾਂ ਪੁੱਛੇ ਤੋਂ। ਓਕੇ, ਦੇਰ ਇਜ਼ ਨੋ ਲਾ, ਕੋਈ ਕਾਨੂੰਨ ਨਹੀਂ ਉਹਦੇ ਅਗੇਂਸਟ ਜਾਣ ਦਾ। ਜੇ ਤੁਹਾਡਾ ਨੂੰ ਪਤਾ ਲੱਗ ਜੇ ਜਰਮਨ ਗੌਰਮੈਂਟ ਨੂੰ ਕਿ ਤੁਹਾਡੇ ਕੋਲ ਦੂਜਾ ਪਾਸਪੋਰਟ ਹੈਗਾ, ਉਹ ਤੁਹਾਨੂੰ ਵਾਰਨਿੰਗ ਦੇਣਗੇ ਵੀ ਇਹਨੂੰ ਜਾਂ ਤਾਂ ਸਰੈਂਡਰ ਕਰ ਦਿਓ ਅਤੇ ਜਾਂ ਤੁਹਾਡੀ ਜਾਏ ਕੈਂਸਲ ਹੋ ਜੂ। ਇਹ ਹੈ ਲਾ। ਓਕੇ, ਅਤੇ ਜਿਹੜਾ ਉੱਥੇ ਜਾ ਕੇ ਨੌਜਵਾਨ ਵਿਆਹ ਕਰਵਾਉਂਦੇ ਨੇ, ਕੀ ਉੱਥੇ ਸਿੱਧਾ ਹੈ ਵੀ ਗਏ, ਚਲੋ ਸਾਲ 2 ਸਾਲ ਦੇ ਵਿੱਚ ਕੋਈ ਨਾ ਕੋਈ ਕੁੜੀ ਮਿਲੀ, ਉਹ ਪ੍ਰੋਸੀਜਰ ਕੀ ਹੈ ਸਾਰਾ, ਕਿ ਕਿਸ ਤਰ੍ਹਾਂ ਵਿਆਹ ਕਰਵਾਉਂਦੇ ਨੇ ਉੱਥੇ, ਕਿੰਨੇ ਸਾਲ ਉਹਨਾਂ ਨੂੰ ਰਹਿਣਾ ਪੈਂਦਾ ਹੈ, ਕਿਵੇਂ ਉਹਨਾਂ ਨੂੰ PR ਵਗੈਰਾ ਉੱਥੋਂ ਦੀ ਮਿਲਦੀ, ਕਿਉਂਕਿ ਨਜ਼ਰ ਤਾਂ ਸਾਰੀ PR 'ਤੇ ਹੁੰਦੀ ਹੈ ਨਾ। PR ਜਰਮਨ 'ਚ ਤਾਂ ਮੈਂ ਇੱਥੇ ਸੁਣੀ ਹੈ, ਕੈਨੇਡਾ ਤੋਂ ਬਾਅਦ ਅਤੇ ਦੂਜੇ ਕੰਟਰੀ ਤੋਂ ਬਾਅਦ। ਜਰਮਨ 'ਚ ਤਾਂ PR ਨਹੀਂ ਕਹਿੰਦੇ ਉਹਨੂੰ। ਅੱਛਾ ਜੀ, ਹੈ ਨਾ, ਵੀ ਤੁਸੀਂ ਮੈਰਿਜ ਕਰਾ ਲਈ ਉੱਥੇ, ਫਰਜ਼ ਕਰੋ ਤੁਸੀਂ ਗਏ ਕਿਸੇ ਤਰੀਕੇ ਨਾਲ ਵੀ ਗਏ, ਕੁੜੀ ਮਿਲ ਗਈ, ਤੁਹਾਡੀ ਮੈਰਿਜ ਹੋ ਗਈ, ਤੁਹਾਨੂੰ ਉਹ 6 ਮਹੀਨੇ ਦਾ ਵੀਜ਼ਾ ਵੀ ਪਹਿਲਾਂ ਦੇਣਗੇ, ਫਿਰ ਸਾਲ ਦਾ ਦੇਣਗੇ, ਫਿਰ ਉਹ 3 ਸਾਲ ਦਾ ਦੇਣਗੇ, ਵੀ ਤੁਸੀਂ ਇਕੱਠੇ ਰਹਿੰਦੇ ਆ। ਫਰਜ਼ ਕਰੋ ਤੁਸੀਂ 6 ਮਹੀਨੇ ਬਾਅਦ ਮੈਰਿਜ ਕਰਾਉਣ ਤੋਂ ਬਾਅਦ ਮੈਰਿਜ ਤੋਂ ਟੁੱਟ ਜਾਂਦੀ ਹੈ, ਫਿਰ ਤੁਹਾਨੂੰ ਫਰਦਰ ਵੀਜ਼ਾ ਨਹੀਂ ਮਿਲਣਾ। ਜੇ ਤੁਸੀਂ ਸਾਲ 2 ਸਾਲ ਉਹਦੇ ਨਾਲ ਰਹਿੰਦੇ, 3 ਸਾਲ ਤੁਸੀਂ ਘੱਟੋ ਘੱਟ ਉਹਦੇ ਨਾਲ ਰਹਿੰਦੇ ਆ। 3 ਹਾਂਜੀ, ਲਿਵਿੰਗ, ਹਾਂ ਉਹਦੇ ਨਾਲ ਸਾਰਾ ਕੁਝ। ਫਿਰ ਤੁਹਾਨੂੰ ਹੋ ਸਕਦਾ ਵੀ ਉਹ ਤੁਹਾਡੇ ਕਰੈਕਟਰ ਨੂੰ, ਤੁਹਾਡੇ ਹਰ ਚੀਜ਼ ਨੂੰ ਦੇਖ ਕੇ ਉਹ ਫ੍ਰੀ ਵੀਜ਼ਾ ਦੇ ਦਿੰਦੇ, ਫਿਰ ਤੁਸੀਂ ਰਹਿ ਸਕਦੇ, ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਜੇ ਉਹਦੇ ਦੌਰਾਨ 3 ਸਾਲ ਤੋਂ ਪਹਿਲਾਂ ਕੋਈ ਝਗੜਾ ਹੋ ਜਾਂਦਾ, ਐਰਾ ਹੋ ਜਾਂਦਾ, ਫਿਰ ਤੁਸੀਂ ਵੀਜ਼ੇ ਲਈ ਪ੍ਰੋਬਲਮ ਆ ਜਾਂਦੀਆਂ ਕਈ ਵਾਰ। ਅਤੇ ਪ੍ਰੋਸੀਜਰ ਕੀ ਹੈ ਜੇ 3 ਸਾਲ ਉਹ ਇਕੱਠੇ ਰਹਿ ਰਹੇ ਨੇ ਆਪਸ ਦੇ ਵਿੱਚ, ਹਾਂਜੀ, ਤਾਂ ਉਹਦਾ ਪ੍ਰੋਸੀਜਰ ਕੀ ਹੈ ਕਿ ਕਿਹੜੇ ਰੂਲ ਜਿਹੜੇ ਨੇ ਉਸ ਮੁੰਡੇ ਨੇ ਫੋਲੋ ਕਰਨੇ ਨੇ ਕਿ ਉਹ ਕੁੜੀ ਉਹਦੇ ਨਾਲ ਜਰਮਨ ਦੀ ਰਹਿ ਸਕੇ? ਨਹੀਂ, ਉਹ ਤਾਂ ਜੇ 3 ਸਾਲ ਫਰਜ਼ ਕਰੋ ਤੁਸੀਂ ਮੈਰਿਜ ਹੋ ਗਈ ਅਤੇ ਕੰਟੀਨਿਊਸਲੀ ਤੁਹਾਡਾ ਕੋਈ ਝਗੜਾ ਨਹੀਂ ਹੋਇਆਗਾ, ਤੁਸੀਂ ਆਰਾਮ ਨਾਲ, ਤੁਸੀਂ ਇੰਡੀਆ ਆਓ, ਤੁਸੀਂ ਜਿੱਥੇ ਮਰਜ਼ੀ ਜਾਓ, ਪਰ ਤੁਸੀਂ ਕੰਮ ਕਰਦੇ ਹੋਣਾ ਚਾਹੀਦਾ ਉਹ ਤੁਸੀਂ, ਅਤੇ ਤੁਸੀਂ ਜਾ ਸਕਦੇ ਜਿੱਥੇ ਮਰਜ਼ੀ। ਹਾਂਜੀ, 3 ਸਾਲ ਬਾਅਦ ਉਹ ਕੁੜੀ ਫਿਰ ਤੁਹਾਨੂੰ ਸ਼ੋਅ ਕਰਨਾ ਪੈਂਦਾ ਕਿ ਅਸੀਂ ਇਕੱਠੇ ਰਹਿ ਰਹੇ 3 ਸਾਲ ਤੋਂ, ਸਾਡਾ ਕੋਈ ਝਗੜਾ ਵਗੜਾ ਨਹੀਂ ਹੋਇਆਗਾ, ਫਿਰ ਉਹ ਫਰਦਰ ਵੀ ਫ੍ਰੀ ਵੀਜ਼ਾ ਮਿਲ ਜਾਂਦਾ। ਅਤੇ ਉਹ 3 ਸਾਲਾਂ ਦੇ ਵਿੱਚ ਕੋਈ ਬੱਚਾ ਹੋਣ ਦੀ ਵੀ ਜ਼ਰੂਰਤ ਹੈ? ਨਹੀਂ, ਇਹ ਕੰਡੀਸ਼ਨ ਨਹੀਂ, ਬੱਚਾ ਹੋਵੇ ਨਾ ਹੋਵੇ, ਇਹ ਨਹੀਂ ਕੋਈ ਕੰਡੀਸ਼ਨ ਨਹੀਂ। ਬੱਚਾ ਹੋਵੇ ਤਾਂ ਫਿਰ ਹੀ ਉਹ ਪੱਕਾ ਹੋਊਗਾ ਨਾ। ਮੈਰਿਜ 3 ਸਾਲ ਇਕੱਠੇ ਰਹਿਣਾ ਜ਼ਰੂਰੀ ਹੈ। ਫ੍ਰੀ ਵੀਜ਼ਾ ਤੋਂ ਬਾਅਦ ਅੱਗੇ ਕੀ? ਫ੍ਰੀ ਵੀਜ਼ੇ ਤੋਂ ਬਾਅਦ ਇਹ ਆ ਵੀ ਫਿਰ ਜੇ ਤੁਹਾਡੀ ਨਹੀਂ ਬਣਦੀ ਤਾਂ ਤੁਸੀਂ ਵੱਖਰੇ ਰਹਿ ਸਕਦੇ, ਮੁੰਡੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਤੇ ਉਹ ਫ੍ਰੀ ਵੀਜ਼ੇ ਦੇ ਵਿੱਚ ਜਰਮਨ ਦਾ ਪਾਸਪੋਰਟ ਮਿਲ ਜਾਂਦਾ ਪੱਕਾ? ਪਾਸਪੋਰਟ ਨਹੀਂ ਹੁੰਦਾ, ਪਾਸਪੋਰਟ ਤਾਂ 8 ਤੋਂ 10 ਸਾਲ ਬਾਅਦ ਮਿਲਦਾ, ਜੇ ਤੁਸੀਂ ਰੈਗੂਲਰ ਟੈਕਸ ਪੇ ਕਰਦੇ ਹੋ, ਜੇ ਤੁਸੀਂ ਰੈਗੂਲਰ ਕੰਮ ਧੰਦਾ ਕਰਦੇ ਹੋ, ਅਤੇ ਜੇ ਤੁਸੀਂ ਸੋਸ਼ਲ ਸਿਕਿਉਰਿਟੀ ਦਿਓ, ਫਿਰ ਨਹੀਂ ਮਿਲਣਾ ਪਾਸਪੋਰਟ। ਭਾਵੇਂ ਤੁਸੀਂ 10 ਸਾਲ ਛੱਡ ਕੇ 20 ਸਾਲ ਰਹੀ ਜਾਓ, ਤੁਹਾਨੂੰ ਕੰਮ ਕਰਦੇ ਹੋਣਾ ਚਾਹੀਦਾ, ਤੁਸੀਂ ਗੌਰਮੈਂਟ 'ਤੇ ਬਰਡਨ ਨਾ ਹੋ। ਹਾਂਜੀ, ਅਤੇ 8 ਸਾਲ ਤੋਂ 10 ਸਾਲ ਤੁਹਾਨੂੰ ਰਹਿੰਦਿਆਂ ਨੂੰ ਤੁਹਾਡਾ ਕੋਈ ਕ੍ਰਿਮੀਨਲ ਜਿਹੜੀ ਹੈਗੀ ਹੈ ਐਂਟਰੀ ਨਾ ਹੋਵੇ। ਹਾਂਜੀ, ਫਿਰ ਪਾਸਪੋਰਟ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ। ਪਾਸਪੋਰਟ ਦੀਆਂ ਵੀ ਕੰਡੀਸ਼ਨਸ ਨੇ ਜਰਮਨ ਮਿਲਣ ਦੀ। ਚਲੋ ਇਸ ਤਰ੍ਹਾਂ ਬੱਚੇ ਹੋਣ, ਹਾਂਜੀ, ਇਕੱਠੇ ਰਹਿ ਰਹੇ ਹਾਂ, ਕੰਮ ਕਰ ਰਹੇ ਹਾਂ, ਠੀਕ ਹੈਗਾ, ਕੋਈ ਕ੍ਰਿਮੀਨਲ ਐਂਟਰੀ ਨਹੀਂ ਹੈਗੀ ਤੁਹਾਡੀ, ਫਿਰ ਪਾਸਪੋਰਟ ਲਈ ਤੁਸੀਂ ਅਪਲਾਈ ਕਰ ਸਕਦੇ ਆ। ਫਿਰ ਉਹ ਤੁਹਾਨੂੰ ਵੈਰੀਫਿਕੇਸ਼ਨ ਕਰਦੇ ਸਾਰੀ, ਫਿਰ ਇੰਡੀਆ ਤੋਂ ਵੀ ਵੈਰੀਫਿਕੇਸ਼ਨ ਹੁੰਦੀ ਉਹਦੀ ਬਕਾਇਦਾ, ਕਿ ਇੰਡੀਆ 'ਚ ਤਾਂ ਨਹੀਂ ਇਹਦੀ ਕੋਈ ਕ੍ਰਿਮੀਨਲ ਜਿਹੜੀ ਐਂਟਰੀ
ਜਾਂ ਕੋਈ ਇਹਦੀ ਗੜਬੜ ਕੋਈ, ਤੇ ਜੇ ਨਹੀਂ ਤਾਂ ਫਿਰ ਉਹ ਤੁਹਾਨੂੰ ਪਾਸਪੋਰਟ ਜਰਮਨ ਮਿਲ ਸਕਦਾ। ਪਰ ਉਹਦੇ ਧਿਆਨ ਰੱਖਣਾ ਪੈਂਦਾ ਕਾਫੀ, ਫਿਰ ਜ਼ਿੰਮੇਵਾਰੀਆਂ ਤੁਹਾਡੀਆਂ ਵੈਨ ਯੂ ਆਰ ਜਰਮਨ, ਫਿਰ ਤਾਂ ਜਰਮਨ ਵਾਂਗੂ ਰਹੋਗੇ, ਫਿਰ ਉਸ ਤਰੀਕੇ ਨਾਲ ਚੱਲਦਾ। ਬਿਲਕੁਲ ਬਿਲਕੁਲ। ਇੱਕ ਹੋਰ ਗੱਲ ਹੈ ਵੀ ਜਿਹੜੇ ਨੌਜਵਾਨ ਜਿਹੜੇ ਨੇ, ਕਈ ਵਾਰੀ ਇੱਦਾਂ ਹੁੰਦਾ ਕਿ ਉੱਥੇ ਜਰਮਨ ਤੋਂ ਜਦੋਂ ਪੰਜਾਬ ਆਉਂਦੇ ਨੇ ਤਾਂ ਇੱਥੇ ਆ ਕੇ ਵਿਆਹ ਕਰਵਾ ਕੇ ਫਿਰ ਤੋਂ ਵਾਪਸ ਆਪਣੇ ਮੁਲਕ ਵਿੱਚ ਜਰਮਨ ਵਿੱਚ ਚਲੇ ਜਾਂਦੇ ਨੇ। ਕਈ ਵਾਰੀ ਇੱਦਾਂ ਹੁੰਦਾ ਕਿ ਮਾਪਿਆਂ ਨੂੰ ਜਿਹੜਾ ਕੁੜੀ ਦੇ ਮਾਪਿਆਂ ਨੂੰ ਨੌਲੇਜ ਘੱਟ ਹੁੰਦੀ ਹੈ ਇਸ ਬਾਰੇ, ਜਾਂ ਕਹਿ ਲਓ ਉਹ ਬਹੁਤਾ ਡਿਟੇਲ ਵਿੱਚ ਨਹੀਂ ਜਾਂਦੇ ਕਿ ਠੀਕ ਹੈ ਮੁੰਡਾ ਜਰਮਨ ਹੈ, ਕੁੜੀ ਸਾਡੀ ਘੱਟ ਲੱਗੀ, ਜੇ ਬਾਹਰਲੇ ਮੁਲਕ ਹੈ ਕਦੇ ਨਾ ਕਦੇ ਤਾਂ ਲੈ ਹੀ ਜਾਏਗਾ, ਉਹ ਨਹੀਂ ਲਿਜਾਂਦੇ। ਹਾਲਾਤ ਇਸ ਤਰ੍ਹਾਂ ਦੇ ਬਣਦੇ ਨੇ। ਉੱਥੇ ਕੀ ਪ੍ਰੋਸੀਜਰ ਹੈ, ਕਿਵੇਂ ਇਹੋ ਜਿਹੇ ਕਿੱਸਿਆਂ ਨੂੰ ਨਜਿੱਠਿਆ ਜਾ ਸਕਦਾ, ਕੀ ਕਰਨ ਕੁੜੀ ਦੇ ਮਾਪੇ ਉੱਥੇ? ਦੇਖੋ ਜਿਹੜੇ ਕੰਟਰੀ ਆ, 28 ਕੰਟਰੀ ਆ ਉਹਦੇ ਆਪਣੇ ਨੇ ਸ਼ੈਂਗਨ ਵੀਜ਼ੇ ਦੇ ਵਿੱਚ, ਯੂਰਪ ਦੇ ਵਿੱਚ ਆਉਂਦੇ ਜਿਹੜੇ, ਉਹਨਾਂ ਸਾਰੇ ਕੰਟਰੀਆਂ 'ਚ ਵੱਖਰੇ ਵੱਖਰੇ ਜਿਹੜੇ ਲਾਅ ਹੈ। ਜਰਮਨ 'ਚ ਜਿਹੜਾ ਤੁਸੀਂ ਆਪਦੇ ਮਾਂ ਪਿਓ ਨੂੰ ਨਹੀਂ ਪਰਮਾਨੈਂਟ ਸੱਦ ਸਕਦੇ, ਦੇਅਰ ਇਜ਼ ਨੋ ਬਲੱਡ ਰਿਲੇਸ਼ਨ। ਅੱਛਾ ਹੈ ਜੀ। ਬਾਕੀ ਕੰਟਰੀਆਂ ਦੇ ਵਿੱਚ ਹੈ ਜੀ ਚਾਂਸ, ਸਪੇਨ ਹੋਇਆ, ਇਟਲੀ ਹੋਇਆ, ਪੋਰਟੁਗਾਲ ਹੋਇਆ, ਬਾਕੀ ਕੰਟਰੀਆਂ 'ਚ ਅੱਡੋ ਆਪੋ ਆਪਣੇ ਲਾ ਹੈਗੇ ਆ। ਪਰ ਜਿਹੜੇ ਮੈਰਿਜ ਦੇ ਬੇਸ 'ਤੇ ਮੁੰਡੇ ਚਲੇ ਗਏ, ਕਿਸੇ ਤਰੀਕੇ ਨਾਲ ਚਲੇ ਗਏ ਉੱਥੇ, ਫਿਰ ਉੱਥੇ ਉਹਨਾਂ ਨੂੰ ਉੱਥੇ ਜਾ ਕੇ ਚਲੋ ਉਹਨਾਂ ਨੇ ਕਿਸੇ, ਜਿਵੇਂ ਇਟਲੀ 'ਚ ਮੁੰਡੇ ਪੱਕੇ ਹੋ ਜਾਂਦੇ ਵੀ ਉਹਨਾਂ ਤੋਂ ਲੇਬਰ ਜਿਹੜੀ ਹੈਗੀ ਆ, ਐਗਰੀਕਲਚਰ ਜ਼ਿਆਦਾ ਲੈਂਡ ਹੈਗੀ ਆ, ਐਗਰੀਕਲਚਰ ਲੈਂਡ ਲਈ ਉਹਨਾਂ ਨੂੰ ਰੱਖ ਲੈਂਦੇ ਲੋਕ। ਹਾਂਜੀ, ਉਹ ਸਮਝ ਲਓ ਵੀ ਉਹ ਆ ਜਾ ਸਕਦੇ ਇੰਡੀਆ, ਉਹਨਾਂ ਨੂੰ ਕਾਰਡ ਮਿਲ ਜਾਂਦਾ ਇੱਕ, ਉਸ 'ਤੇ ਉਹ ਟਰੈਵਲ ਕਰ ਸਕਦੇ ਇੰਡੀਆ ਟੂ ਉੱਥੇ। ਫਿਰ ਉਹ ਇੱਥੇ ਆ ਗਏ, ਇੱਕ ਵਾਰੀ ਆਏ, ਦੂਜੀ ਵਾਰੀ ਆਏ। ਅਤੇ ਮੈਰਿਜ ਦਾ ਹੁਣ ਜਿਹੜਾ ਅਨਮੈਰਿਡ ਹੈਗਾ ਉਹ ਜਦੋਂ ਬਾਹਰ ਜਾ ਜੇ ਲੋ ਜੀ ਬਾਹਰੋਂ ਆਇਆ ਤਾਂ ਉਹਨੇ ਮੈਰਿਜ ਤਾਂ ਕਰਾਉਣੀ ਆ, ਪਰ ਉਹਦੇ ਲਈ ਇਹ ਜ਼ਰੂਰੀ ਆ ਕਿ ਮਾਂ ਪਿਓ ਨੂੰ ਧਿਆਨ ਰੱਖਣਾ ਚਾਹੀਦਾ ਕਿ ਮੁੰਡਾ ਬਾਹਰੋਂ ਇਟਲੀ ਤੋਂ, ਸਪੇਨ ਤੋਂ, ਪੋਰਟੁਗਾਲ ਤੋਂ ਜਾਂ ਬੈਲਜੀਅਮ ਤੋਂ ਜਾਂ ਕਿਤੋਂ ਵੀ ਆਇਆ ਕਿਸੇ ਕੰਟਰੀ ਤੋਂ, ਕਿ ਉੱਥੇ ਪਰਮਾਨੈਂਟ ਰੈਜ਼ੀਡੈਂਟ ਹੈ। ਮਤਲਬ ਪਰਮਾਨੈਂਟ ਰੈਜ਼ੀਡੈਂਟ ਤਾਂ ਸਮਝ ਲਓ ਵੀ ਉਹ ਹੈਗਾ ਹੀ, ਰਹਿ ਸਕਦਾ, ਪਰ ਉਹਦੇ ਇਹ ਦੇਖਣਾ ਜ਼ਰੂਰੀ ਕਿ ਉਹਦੀ ਇਨਕਮ ਹੈ ਜਿੰਨੀ ਇੱਕ ਵਾਈਫ ਨੂੰ ਸੱਦਣ ਲਈ ਚਾਹੀਦੀ ਆ, ਕਿ ਉਹਦੀ 1500 ਯੂਰੋ ਘੱਟੋ ਘੱਟ ਮੰਨਣਾ ਦਾ ਚਾਹੀਦੀ। ਇੰਡੀਆ ਦੇ ਕਿੰਨੇ ਬਣੇ ਜੇ ਆਪਾਂ ਹਿਸਾਬ ਲਾਈਏ? ਇੰਡੀਆ ਦੇ 84,000 ਰੁਪਏ ਦੇ ਲਓ ਤੁਸੀਂ। 1500 ਘੱਟੋ ਘੱਟ ਯੂਰੋ ਦੀ ਜਿਹੜੀ ਹੈ ਉਹਦੀ ਹੋਣੀ ਚਾਹੀਦੀ ਹੈ, ਉਹਦੇ ਕੋਲ ਮਕਾਨ ਹੋਣਾ ਚਾਹੀਦਾ। ਅਤੇ ਫਿਰ ਜਿਹੜੀ ਕੁੜੀ ਇੱਥੋਂ ਜਾਵੇ ਉਹਦੇ ਕੋਲ ਲੈਂਗੁਏਜ, ਉਸ ਜਰਮਨ 'ਚ ਤਾਂ ਲੈਂਗੁਏਜ ਬਹੁਤ ਜ਼ਰੂਰੀ ਆ, ਕਈ ਕੰਟਰੀਆਂ 'ਚ ਹੁਣ ਅਜੇ ਤਾਂ ਨਹੀਂ ਸੀਗੀ, ਪਰ ਹੁਣ ਸਾਰੇ ਕਰਦੇ ਨੇ ਸ਼ਾਇਦ। ਅਤੇ ਇਹ ਚੀਜ਼ਾਂ ਜ਼ਰੂਰੀ ਵੈਰੀਫਾਈ ਕਰ ਲੈਣੀਆਂ ਚਾਹੀਦੀਆਂ ਕਿ ਮੁੰਡਾ ਉੱਥੇ ਰਹਿੰਦਾ ਕਿਵੇਂ ਆ, ਉਹਦਾ ਤਨਖਾਹ ਉਹਦੀ ਕਿੰਨੀ ਆ, ਕੀ ਉਹਦਾ ਵੀ ਉਹ ਉੱਥੇ ਤਾਂ ਨਹੀਂ ਵਿਆਹਿਆ ਹੋਇਆ ਹੈਗਾ। ਇਹਨਾਂ ਚੀਜ਼ਾਂ ਨੂੰ ਇਨਕੁਆਇਰੀ ਕਰਨਾ ਉਹਦੇ ਜ਼ਰੂਰੀ ਹੁੰਦਾ, ਔਰ ਇਹ ਆਰਾਮ ਨਾਲ ਪਤਾ ਲੱਗ ਜਾਂਦਾ, ਇੰਨਾ ਔਖਾ ਨਹੀਂ ਹੁੰਦਾ। ਛੋਟੇ ਛੋਟੇ ਮੁਲਕ ਆ ਉਹ, ਅਤੇ ਬੜੇ, ਜੇ ਤੁਸੀਂ, ਪਰ ਜੇ ਕਈ ਵਾਰੀ ਲੋਕ ਪਤਾ ਨਹੀਂ ਕਰਦੇ, ਮੈਰਿਜ ਕਰ ਦਿੰਦੇ, ਤਰੀਕਾ ਕੀ ਪਤਾ ਨਹੀਂ ਨਾ ਹੁੰਦਾ, ਕਿਉਂਕਿ ਇੱਥੇ ਤਾਂ ਸਿਰਫ ਵਿਆਹ ਤੱਕ ਮਤਲਬ ਹੁੰਦਾ ਕਿ ਚਲੋ ਆ ਜਾਏਗਾ। ਦੇਖੋ ਨਾ, ਉਹਦਾ ਪ੍ਰੋਸੀਜਰ ਇਹ ਆ ਕਿ ਮੁੰਡਾ ਆਇਆ ਇੱਥੇ, ਮੁੰਡਾ ਫਰਜ਼ ਕਰੋ ਆਉਂਦਾ, ਆ ਗਿਆ, ਉਹਦਾ ਪਾਸਪੋਰਟ ਜ਼ਰੂਰ ਦੇਖਣਾ ਚਾਹੀਦਾ, ਕਿਸੇ ਨੂੰ ਪੁੱਛਣਾ ਚਾਹੀਦਾ, ਦਿਖਾਉਣਾ ਚਾਹੀਦਾ ਕਿ ਇਹ ਭਾਈ ਪਰਮਾਨੈਂਟ ਹੈ। ਉਹਦੀਆਂ 3 ਮਹੀਨੇ ਦੀਆਂ ਉਹਦੀਆਂ ਜਿਹੜੀਆਂ ਆ 3 ਮਹੀਨਿਆਂ ਦੀਆਂ ਜਿਹੜੀਆਂ ਪੇ ਸਲਿਪਸ ਦੇਖੋ ਕਿ ਬੰਦਾ 1500 ਰੁਪਈਆ ਮਹੀਨੇ ਦੀ ਇਨਕਮ ਆ ਰਹੀ ਆ ਤਾਂ ਹੀ ਕੁੜੀ ਜਾਊ। ਮਿਨੀਮਮ 3 ਮਹੀਨੇ ਆ, ਕਈਆਂ ਕੰਟਰੀਆਂ 'ਚ ਸਾਲ ਦੀ ਵੀ ਹੈਗੀ ਆ, ਕਈਆਂ ਕੰਟਰੀਆਂ 'ਚ ਸਾਲ ਦੀ ਕੰਡੀਸ਼ਨ ਹੈਗੀ, 1 ਸਾਲ ਦੀ ਇਨਕਮ ਤੁਹਾਡੀ ਹੋਣੀ ਚਾਹੀਦੀ ਹੈ, ਅਤੇ ਫਿਰ ਤੁਸੀਂ ਅਪਲਾਈ ਕਰ ਸਕਦੇ ਆ। ਅਤੇ ਉਹ ਚੀਜ਼ਾਂ ਵੇਖੀਆਂ ਜਾ ਸਕਦੀਆਂ ਕਿ ਉਹ ਬੰਦੇ ਦੀ ਸਾਲ ਦੀ ਇਨਕਮ ਜਿਹੜੀ ਹਰ ਮਹੀਨੇ 1500 ਯੂਰੋ ਆਉਂਦੀ ਆ। ਓਫੀਸ਼ੀਅਲੀ ਸਲਿੱਪਸ ਹੁੰਦੀਆਂ, ਉਹ ਸਲਿੱਪਾਂ ਹੁੰਦੀਆਂ, ਉਹ ਇਨਕੁਆਇਰੀ ਹੋ ਗਈ, ਉਹਨਾਂ ਚੀਜ਼ ਤੋਂ ਪਤਾ ਲਾਇਆ ਜਾ ਸਕਦਾ। 1500 ਯੂਰੋ ਦੇ ਹਿਸਾਬ ਨਾਲ ਆਪਾਂ, ਮੈਂ ਫਿਰ ਹਿਸਾਬ ਦੱਸਾਂ ਕਿ ਇੱਥੇ 80 ਰੁਪਏ ਦੇ ਹਿਸਾਬ ਨਾਲ 1000 ਯੂਰੋ ਹੋ ਗਿਆ 80,000 ਦਾ। ਹਾਂ, 80,000 ਤੇ 84,000 ਤੇ 500 ਯੂਰੋ ਉੱਪਰ ਤਕਰੀਬਨ ਬਣ ਗਿਆ ਉਹ 1,20,000 ਦੇ, 1,20,000 ਮਤਲਬ 1.25 ਲੱਖ ਰੁਪਇਆ ਜਿਹੜਾ ਉਹ ਹੋਣਾ ਚਾਹੀਦਾ ਆਪਣੀ ਕਮਾਈ ਦਾ, ਮਤਲਬ ਆਪਣੀ ਕਮਾਈ ਹੋਣੀ ਚਾਹੀਦੀ ਇੰਨੀ, ਤਾਂ ਤੁਸੀਂ ਘਰ ਨਹੀਂ ਲਿਜਾ ਸਕਦੇ ਉੱਥੇ। ਮਤਲਬ ਜੇ ਉਹ ਕੰਮ ਕਰਦਾ, ਇੰਨੀ ਕੁ ਦੀ ਮਹੀਨੇ ਦੀ, ਜੇ ਉਹ ਕੰਮ ਕਰਦਾ, ਜੇ ਉਹ ਬਿਜ਼ਨਸ ਕਰਦਾ ਕੋਈ, ਤੇ ਉਹਦੀ ਜਿਹੜੀ ਟੈਕਸ ਆਫਿਸ ਤੋਂ ਲੈਟਰ ਲੈਣੀ ਪੈਂਦੀ ਹੈ ਕਿ ਇਹਦੀ ਸਾਲ ਦੀ ਇਨਕਮ ਇੰਨੀ ਹੈਗੀ ਹੈ, ਜਿਹੜੀ ਤਕਰੀਬਨ 1500 ਤੋਂ ਉੱਪਰ ਹੋਵੇ, ਫਿਰ ਲਿਜਾ ਸਕਦਾ। ਮਹੀਨੇ ਦੀ ਇਨਕਮ ਤਕਰੀਬਨ, ਹਾਂ, ਉਹਨੂੰ ਸੀਏ ਸਰਟੀਫਿਕੇਟ ਦਿੰਦਾ, ਫਿਰ ਉਹਨੂੰ ਸੀਏ ਉੱਥੇ ਆਪਣੇ ਜਿਹੜਾ ਹੈਗਾ ਸਰਟੀਫਿਕੇਟ ਦੇ, ਉਹ ਵੀ ਇਹਦੀ ਸਾਲ ਦੀ ਇਨਕਮ ਇੰਨੀ ਹੈ ਜਿਹੜੀ ਕਿ 1500 ਤੋਂ ਜ਼ਿਆਦਾ, ਅਤੇ ਫਿਰ ਬੰਦਾ ਲਿਜਾ ਸਕਦਾ। ਕਈ ਵਾਰੀ ਚੱਕਰ ਇਦਾਂ ਵੀ ਪੈ ਜਾਂਦਾ ਨਾ ਕਿ ਜੇਕਰ ਕਿਸੇ ਤੋਂ ਇਦਾਂ ਹਿਸਾਬ ਮੰਗ ਲਿਆ ਜਾਵੇ ਕਿ ਲਿਆ ਤੇਰਾ ਪਾਸਪੋਰਟ ਦਿਖਾ, ਤੇਰੀ ਇਨਕਮ ਦਿਖਾ ਕਿੰਨੀ ਆ,
ਜਿਵੇਂ ਤੁਸੀਂ ਕਹਿ ਰਹੇ ਸੀ ਕਿ ਪੇ ਸਲਿੱਪ ਜਿਹੜੀ ਹੈ ਉਹ ਦਿਖਾ ਕਿੰਨਾ ਕੁ ਤੂੰ ਕਮਾਉਣਾ, ਉੱਥੇ ਫਿਰ ਮਾਪਿਓ ਕੀ ਕਰਨ? ਉੱਥੇ ਫਿਰ ਦੁਚਿੱਤੀ 'ਚ ਪੈ ਜਾਂਦੇ ਨੇ ਨਾ। ਕਈ ਵਾਰੀ ਇਦਾਂ ਹੁੰਦਾ, ਮੁੰਡੇ ਵਾਲੇ ਇਹ ਕਹਿ ਦਿੰਦੇ ਨੇ ਕਿ ਨਹੀਂ ਜੀ ਸਾਡੇ ਤੋਂ ਇੰਨਾ ਹਿਸਾਬ ਕਿਉਂ ਮੰਗਿਆ ਜਾ ਰਿਹਾ, ਅਸੀਂ ਨਹੀਂ ਇਹ ਚੀਜ਼ ਦਿਖਾਉਂਦੇ, ਤੁਸੀਂ ਸ਼ੱਕ ਕਰਦੇ ਹੋ? ਭਾਈ ਸਾਹਿਬ ਇਹ ਹਿਸਾਬ ਨਹੀਂ, ਇਹ ਕੁੜੀ ਦੀ ਜ਼ਿੰਦਗੀ ਦਾ ਸਵਾਲ ਆ। ਬਿਲਕੁਲ ਬਿਲਕੁਲ। ਇਹ ਤੁਹਾਡੇ 15 ਲੱਖ 20 ਲੱਖ ਜਦੋਂ ਤੁਸੀਂ ਲਾਉਣੇ ਆ, ਇਹ ਉਹਦਾ ਸਵਾਲ ਆ। ਤੁਸੀਂ ਤਾਂ ਪਹਿਲੀ ਧਰ ਕੇ ਤੇ ਕੁੜੀ ਵਿਆਹਤੀ ਤੇ ਕੁੜੀ ਤਾਂ ਘਰੇ ਹੀ ਬੈਠੀ ਹੈ, ਪਹਿਲੀ ਵੀ ਗਈ, ਕੁੜੀ ਜਾ ਨਹੀਂ ਰਹੀ। ਇਹ ਉਹ ਇਤਰਾਜ਼ ਨਹੀਂ ਕਰਨਾ ਚਾਹੀਦਾ, ਨਾ ਬਾਹਰਲੇ ਮੁੰਡਿਆਂ ਨੂੰ ਕਰਨਾ ਚਾਹੀਦਾ, ਨਾ ਕਰਾਉਣ। ਬਿਲਕੁਲ। ਅੱਛਾ, ਜੇ ਉਹ ਕੁੜੀ ਨੂੰ ਇੱਥੋਂ ਲੈ ਗਏ ਫਿਰ ਕੁੜੀ ਦੀ ਪੀਆਰ ਕਿੱਦਾਂ ਹੁੰਦੀ? ਮੁੰਡੇ ਦੇ ਨਾਲ ਹੀ ਮਤਲਬ ਉਹ ਤਾਂ ਜਿੰਨੀ ਦੇਰ ਮੁੰਡਾ ਉੱਥੇ ਰਹੂਗਾ, ਉਹ ਕੁੜੀ ਨੂੰ ਵੀ ਉਸੇ ਤਰੀਕੇ ਨਾਲ ਪਹਿਲਾਂ ਉਹ ਦਿੰਦੇ 6 ਮਹੀਨੇ ਦਾ, ਸਾਲ ਦਾ, 2-3 ਸਾਲ ਬਾਅਦ ਕੁੜੀ ਵੀ ਪੱਕੀ ਹੋ ਜਾਂਦੀ ਹੈ, ਉਹਨੂੰ ਵੀ ਫ੍ਰੀ ਵੀਜ਼ਾ ਮਿਲ ਜਾਂਦਾ। ਉਹ ਭਾਵੇਂ ਇਕੱਠੇ ਰਹਿਣ ਭਾਵੇਂ ਨਾ ਰਹਿਣ, ਫਿਰ ਕੋਈ ਪ੍ਰੋਬਲਮ ਨਹੀਂ। ਜੇ ਮੰਨ ਲਓ ਜਰਮਨ ਦੇ ਵਿੱਚ ਰਹਿੰਦੇ ਆ, ਕੋਈ ਪੰਜਾਬੀ ਮੁੰਡਾ ਉੱਥੋਂ ਦੀ ਕੁੜੀ ਨਾਲ ਵਿਆਹ ਕਰਾ ਲੈਂਦਾ, ਫਿਰ ਉਹਨੇ ਪੰਜਾਬ ਆ ਕੇ ਬਾਅਦ ਵਿੱਚ ਕੋਈ ਵਿਆਹ ਕਰਵਾ ਸਕਦਾ? ਜੇ ਕਰਵਾ ਸਕਦਾ ਤਾਂ ਉਹਦਾ ਪ੍ਰੋਸੀਜਰ ਕੀ ਹੈ? ਨਾ ਉਹ ਕਰਾ ਸਕਦਾ, ਉਹ ਤਾਂ ਚੋਰੀ ਛੱਪੇ ਵਾਲੀ ਗੱਲ ਹੋ ਗਈ। ਤੇ ਨੋਰਮਲੀ ਤਾਂ ਕਰਾਉਣਾ ਨਹੀਂ ਚਾਹੀਦਾ। ਫਰੈਂਸ ਜਰਮਨ 'ਚ ਰਹਿੰਦੇ ਉਹਦਾ, ਉਹਨੂੰ ਉੱਥੇ ਉਹਦਾ ਵੀਜ਼ਾ ਵੀ ਕੈਂਸਲ ਕਰ ਸਕਦੇ ਹੋ ਜੇ ਚਾਹਣ ਤਾਂ, ਵੀ ਤੂੰ ਤਾਂ ਇੰਡੀਆ ਜਾ ਕੇ ਵਿਆਹ ਕਰਾ। ਤਾਂ ਕੁੜੀ ਨੇ ਨਹੀਂ ਖੜਾ ਛੱਡਣਾ, ਜਿਹੜੀ ਕੁੜੀ ਨੇ ਵਿਆਹ ਹੋਇਆ, ਜੇ ਪੱਕੇ ਰਹਿੰਦੇ ਤਾਂ ਉਹ ਸਮਝੇ ਨਾ, ਉਹ ਛੱਡ ਦਿੰਦੇ, ਡਿਵੋਰਸ ਹੋ ਜਾਂਦੇ ਇਸ ਤਰ੍ਹਾਂ। ਜੇ ਕਈ ਲੋਕ ਉੱਥੇ ਵੀ 2-2 ਬੱਚੇ ਹੁੰਦੇ ਆ, ਇੱਥੇ ਆ ਕੇ ਮੈਰਿਜ ਕਰ ਲੈਂਦੇ ਆ, ਤੇ ਜਦੋਂ ਉੱਥੋਂ ਦੀਆਂ ਕੁੜੀਆਂ ਨੂੰ ਪਤਾ ਲੱਗਦਾ ਤੇ ਫਿਰ ਉਹ ਡਿਵੋਰਸ ਹੋ ਜਾਂਦੇ ਉਹਨਾਂ ਦੇ, ਸਮਝੇ ਨਾ। ਡਿਵੋਰਸ ਹੋ ਗਏ, ਉੱਥੋਂ ਵਾਲੇ ਬੱਚਿਆਂ ਦੇ ਪੈਸੇ ਦੇਣੇ ਪੈਂਦੇ ਆ, ਜਿੰਨੀ ਦੇਰ ਬੱਚੇ 18 ਸਾਲ ਤਾਈਂ ਪੜ੍ਹਦੇ ਆ। ਉਹ ਕਿੰਨਾ ਖਰਚਾ? 180 ਰੁਪਏ ਮਿਨੀਮਮ ਬੱਚੇ ਦਾ ਖਰਚ ਜਿਹੜਾ ਇੱਕ ਬੰਦੇ ਨੂੰ ਦੇਣਾ ਪੈਂਦਾ। ਫਿਰ ਫਿਰ ਉਹਦੇ 'ਚ ਕੀ ਹੁੰਦਾ ਕਿ ਵੀ ਉਹ ਜੋ 180 2 ਬੱਚੇ ਹੋ ਗਏ, 180 ਤੇ ਜੇ ਜਨਾਨੀ ਤੁਹਾਡੀ ਵਾਈਫ ਜਰਮਨ ਕੰਮ ਨਹੀਂ ਕਰਦੀ ਤੇ ਉਹਦੇ ਪੈਸੇ ਵੀ ਦੇਣੇ ਪੈਂਦੇ। ਤੁਹਾਡੀ ਤਨਖਾਹ 1500 ਆ, ਉਹਨਾਂ ਤਿੰਨਾਂ ਦੇ ਉਹ ਗਿਣ ਕੇ 600 700 800 ਹੋ ਗਿਆ ਨਾ, ਉਹ ਉਹਨਾਂ ਨੂੰ ਭੇਜ ਦੇਣੇ ਉਹਨਾਂ ਨੇ ਤੁਹਾਡੇ ਅਕਾਊਂਟ 'ਚੋਂ, ਤੁਹਾਡੇ ਤਨਖਾਹ 'ਚੋਂ, ਤੇ ਤੁਹਾਡੇ ਕੋਲ 700-800 ਰਹਿ ਗਏ। ਤੇ ਤੁਸੀਂ ਕੀ ਕਰੋਗੇ? ਮੈਨੂੰ ਕੰਮ ਕਰਨ ਦੀ ਕੀ ਲੋੜ ਹੋਵੇ, ਮੈਂ ਤਾਂ ਮੇਰੀ ਤਾਂ ਸਾਰੀ ਤਨਖਾਹ ਐਂ ਚਲੀ ਜਾਂਦੀ। ਫਿਰ ਉਹ ਇੰਡੀਆ ਜਾ ਕੇ ਵਿਆਹ ਕਰਾ ਲੈਂਦਾ, ਵਿਆਹ ਤਾਂ ਹੋ ਜੂ ਵੀ ਬੰਦਾ ਪੱਕਾ ਤੇ, ਪਰ ਉਹਦੀ ਉਹ ਇੱਕ ਕੰਡੀਸ਼ਨ ਹੋ ਗਈ 1500 ਦੀ ਇਨਕਮ ਨਹੀਂ, ਕੁੜੀ ਨੂੰ ਲੈ ਕੇ ਨਹੀਂ ਜਾਣਾ। ਇੱਥੇ ਕੁੜੀ ਨੇ ਵਿਆਹ ਕਰਾ ਲਿਆ, ਪਤਾ ਨਹੀਂ ਲੱਗਿਆ। ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਪੇਰੈਂਟਸ ਨੂੰ। ਤੇ ਜੇ ਕੋਈ ਮਾਪੇ ਜਿਵੇਂ ਫਸ ਗਏ, ਆਪਾਂ ਤੁਹਾਨੂੰ ਪੁੱਛਦੇ ਸੀ ਕਿ ਉਹ ਕਿੱਦਾਂ ਉਸ ਤੋਂ ਖਹਿੜਾ ਛਡਾ ਸਕਦੇ, ਜਾਂ ਕਿੱਦਾਂ ਉਹਨੂੰ ਜਿਹੜੇ ਪੰਜਾਬੀ ਨੇ ਉਹਨੂੰ ਇੱਧਰ ਇੰਡੀਆ ਦੇ ਵਿੱਚ ਸੱਦ ਕੇ ਕਿੱਦਾਂ ਉੱਤੇ ਕਾਰਵਾਈ ਕਰਾ ਸਕਦੇ ਨੇ? ਕਿਉਂਕਿ ਤੁਸੀਂ ਦੇਖਿਆ ਕਿ ਕਈ ਇਹੋ ਜਿਹੇ ਹੁੰਦੇ ਨੇ ਕਿ ਉੱਥੇ ਜਾ ਕੇ ਨਾਮ ਕੁਝ ਹੋਰ ਹੁੰਦਾ, ਪੰਜਾਬ 'ਚ ਨਾਮ ਕੁਝ ਹੋਰ ਹੁੰਦਾ, ਉੱਥੇ ਐਡਰੈਸ ਨਾ ਤਾਂ ਮਾਪਿਆਂ ਨੂੰ ਪਤਾ ਹੁੰਦਾ ਕਿ ਉੱਥੇ ਕਿੱਥੇ ਰਹਿੰਦਾ, ਨਾ ਉਹ ਬਹੁਤੀ ਇਨਕੁਆਇਰੀ ਕਢਾਉਂਦੇ ਇਹਦੇ ਬਾਰੇ। ਨਹੀਂ ਜੀ, ਉਹ ਇਸ ਤਰ੍ਹਾਂ ਗਲਤ ਹੋਊਗਾ ਤਾਂ ਉਹ ਤਾਂ ਕੁੜੀ ਨੂੰ, ਜੇ ਉਹ ਫਰਕ ਕਰੋ ਉਹਨੇ ਕਿਸੇ ਹੋਰ ਨਾਂ 'ਤੇ ਉੱਥੇ ਜਾ ਕੇ ਕੋਈ ਪਰਮਾਨੈਂਟ ਸਟੇ ਕਰ ਲਈ, ਤੇ ਇੱਥੇ ਉਹ ਪਾਸਪੋਰਟ ਉਹਦਾ ਹੋਰ ਕੋਈ ਬਣਿਆ, ਇੱਥੇ ਪਾਸਪੋਰਟ ਤਾਂ ਬਣਨਾ ਨਹੀਂ ਡਬਲ, 2 ਪਾਸਪੋਰਟ ਤਾਂ ਲੈ ਨਹੀਂ ਸਕਦੇ ਅਸੀਂ, ਤੇ ਫਿਰ ਵੀ ਕੁੜੀ ਨਹੀਂ ਜਾ ਸਕੂਗੀ। ਕਈ ਵਾਰੀ ਉੱਥੇ ਕਿਸੇ ਤਰੀਕੇ ਨਾਲ ਮਜਬੂਰੀ ਵਸ ਜਿਵੇਂ ਕੋਈ ਨਾ ਕੋਈ ਰਹਿਣ ਦਾ ਸਿਸਟਮ ਬਣਾ ਲਿਆ ਗਲਤ ਨਾਂ 'ਤੇ, ਪਰ ਜਦੋਂ ਉਹ ਆਪਣਾ ਡਿਕਲੇਅਰ ਕਰਦੇ ਆ ਕਰੈਕਟ ਤੌਰ 'ਤੇ, ਉਹਦੇ 'ਚ ਕੁਝ ਫਾਈਨ ਹੋ ਜਾਂਦਾ ਉਹਦੇ 'ਚ, ਤੇ ਪਰ ਉਹ ਆਪਦਾ ਦੱਸਦੇ ਮੈਂ ਐਸ ਰੀਜ਼ਨ ਕਰਕੇ ਇਹ ਆਪਦਾ ਜਿਹੜਾ ਅਸਲੀ ਨਾਂ ਨਹੀਂ ਦੱਸਿਆ ਸੀ, ਪਰ ਉਹਦੇ ਫਾਈਨ ਤਾਂ ਹੁੰਦਾ ਹੀ ਹੈ ਉਹਦੇ 'ਚ, ਸਮਝੇ ਨਾ। ਨਹੀਂ, ਇਹੋ ਜਿਹੇ ਠੱਗ ਲਾੜਿਆਂ ਦੀ ਭਾਲ ਕਿਵੇਂ ਕਰ ਸਕਦੇ ਮਾਪੇ ਫਿਰ, ਜੇ ਇੱਧਰੋਂ ਕਰਨੀ ਹੋਵੇ ਭਾਲ? ਨਹੀਂ, ਭਾਲ ਤਾਂ ਫਿਰ ਤੁਸੀਂ ਉਹਦੀ ਭਾਲ ਦੀ ਅਪਰੋਚ ਤਾਂ ਇਹੀ ਹੈ ਵੀ ਤੁਸੀਂ ਫਰਜ਼ ਕਰੋ, ਹੁਣ ਮੋਸਟਲੀ ਹਰ ਪਿੰਡਾਂ ਦੀ ਗੱਲ ਲੈ ਲਈਏ ਆਪਾਂ, ਪੇਂਡੂ ਬੰਦੇ ਆ, ਅਤੇ ਹਰ ਪਿੰਡ ਨਹੀਂ ਤਾਂ ਨਾਲ ਦੇ ਪਿੰਡ ਦੇ ਕਿਸੇ ਨਾ ਕਿਸੇ ਕਿਹੜਾ ਪਿੰਡ ਹੈ ਜਿਹਦੇ ਬੱਚੇ ਕੈਨੇਡਾ 'ਚ, ਇੰਗਲੈਂਡ 'ਚ, ਜਰਮਨ 'ਚ, ਫਰਾਂਸ 'ਚ ਜਾਂ ਹਾਲੈਂਡ 'ਚ ਨਹੀਂ ਹੈਗੀ, ਅਤੇ ਪਤਾ ਲਾਉਣਾ ਔਖਾ ਨਹੀਂ ਹੈਗਾ। ਜੇ ਤੁਹਾਡਾ ਕੋਈ ਵਧੀਆ ਦੋਸਤ ਹੈ ਤਾਂ ਉਹਨੂੰ ਤੁਸੀਂ ਕਹੋ ਕਿ ਵੀ ਆ ਇਸ ਤਰ੍ਹਾਂ ਕਰੀ ਕੁੜੀ ਦੀ ਮੈਰਿਜ ਉੱਥੇ ਕਰਨੀ ਆ, ਅਤੇ ਆਹ ਬੰਦਾ ਹਾਲੈਂਡ ਕੰਮ ਕਰਦਾ, ਆਹ ਬੰਦਾ ਫਰਾਂਸ ਹੈਗਾ, ਆਹ ਬੰਦਾ ਸਵਿਟਜ਼ਰਲੈਂਡ ਹੈਗਾ, ਅਤੇ ਉਹ ਪਤਾ ਲੱਗ ਜਾਂਦਾ। ਮੋਸਟਲੀ ਲੋਕ ਗੁਰਦੁਆਰੇ ਸੰਡੇ ਨੂੰ ਆਉਂਦੇ, ਸਾਰੇ ਇਕੱਠੇ ਹੁੰਦੇ ਅਤੇ ਇੱਕ ਦੂਜੇ ਨੂੰ ਜਾਣਦੇ ਹੀ ਹੁੰਦੇ, ਅਤੇ ਇਹ ਤਾਂ ਇਹਨਾਂ ਚੀਜ਼ਾਂ ਨਾਲ ਇਨਕੁਆਇਰੀ ਕੀਤੀ ਜਾ ਸਕਦੀ ਹੈ। ਪਰ ਇਹ ਨਹੀਂ ਵੀ ਉੱਥੇ ਬੰਦਾ ਉਂਝ ਹੀ ਆ ਜਾਏ ਅਤੇ ਤੁਸੀਂ ਕਹਿ ਦੇ ਬਸ ਜੀ ਮੁੰਡਾ ਪੱਕਾ ਜੀ ਫਲਾਣ, ਪਿਓ ਨੂੰ ਤਾਂ ਵਿਚਾਰੇ ਨੂੰ ਪਤਾ ਹੀ ਨਹੀਂ ਪੱਕਾ ਕਿ ਕੱਚਾ। ਮੁੰਡੇ ਨੂੰ ਆਪਦੀ ਰਿਐਲਿਟੀਜ਼ ਦੱਸਣੀਆਂ ਚਾਹੀਦੀਆਂ ਤਾਂ ਕਿ ਸਾਡਾ ਜਿਹੜਾ ਨਾਮ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਅਖਬਾਰਾਂ 'ਚ ਇਹ ਹੋ ਗਿਆ ਉਹ ਹੋ ਗਿਆ, ਅਤੇ ਉਹ ਨਹੀਂ ਕਰਨਾ ਚਾਹੀਦਾ। ਮੇਰਾ ਆਪਣਾ ਓਪੀਨੀਅਨ, ਮੁੰਡਿਆਂ ਨੂੰ ਅੱਗੇ ਆਉਣਾ ਚਾਹੀਦਾ ਸੱਚਾਈ ਦੱਸਣ ਲਈ। ਸਕੋਪ ਕੀ ਹੈ? ਜਿਹੜੇ ਪੰਜਾਬੀ ਇੱਧਰੋਂ ਜਾਂਦੇ ਨੇ
ਜਰਮਨ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਜ਼ਿਆਦਾ ਝੁਕਾਅ ਜਿਹੜਾ ਤੁਸੀਂ ਦੇਖਿਆ ਕਿ ਉਹ ਜਾਂ ਤਾਂ ਆਸਟ੍ਰੇਲੀਆ, ਜਾਂ ਸਭ ਤੋਂ ਪਹਿਲਾਂ ਹੁੰਦਾ ਕਿ ਅਸੀਂ ਕੈਨੇਡਾ ਚੱਲੀਏ, ਨਹੀਂ ਬਣਦਾ ਤਾਂ ਚਲੋ ਆਸਟ੍ਰੇਲੀਆ ਚੱਲਦੇ ਆ, ਫਿਰ ਵੀ ਨਹੀਂ ਬਣਦਾ ਤਾਂ ਕੋਈ ਨਾ ਕੋਈ ਨਿੱਕੀ ਮੋਟੀ ਸਿੰਗਾਪੁਰ, ਮਲੇਸ਼ੀਆ, ਇੱਧਰ ਯੂਰਪ ਕੰਟਰੀਆਂ ਸ਼ੈਂਗਨ ਵੀਜ਼ਾ ਲੈ ਕੇ ਜੇ ਕੋਈ ਜਰਮਨ ਜਾਂਦਾ ਤਾਂ ਸਕੋਪ ਕੀ ਹੈ, ਤੇ ਅੱਜ ਕੱਲ੍ਹ ਕਿੰਨਾ ਕੁ ਖਰਚਾ ਆਉਂਦਾ ਹੈ, ਕਿੰਨਾ ਕੁ ਮਤਲਬ ਕਿ ਜਾਂ ਏਜੰਟ ਦੇ ਬੇਸ ਤੇ ਜਾਂ ਸਿੱਧੇ ਤਰੀਕੇ ਤੇ ਵੀ ਜਾ ਸਕਦਾ ਕੋਈ? ਦੇਖੋ ਜੀ, ਗੱਲ ਹੈ ਵੀ ਜੇ ਤਾਂ ਜਰਮਨ ਜਾਂਦਾ ਬੰਦਾ ਸਟੂਡੈਂਟ, ਕੋਈ ਖਰਚ ਨਹੀਂ ਜਰਮਨ 'ਚ, ਜਿਹੜੀ ਸਟੱਡੀ ਤੇ ਉੱਥੇ ਫੀਸ ਨਹੀਂ ਕੋਈ ਹੈਗੀ ਜਰਮਨ 'ਚ। ਕੁਝ ਕੁ ਪੈਸੇ ਲੱਗਦੇ ਸਮੈਸਟਰ ਦੇ, ਤੇ ਤੁਹਾਨੂੰ ਵਧੀਆ ਉਹ ਰੈਸ਼ ਵੀ ਸਸਤੀ ਮਿਲ ਜਾਂਦੀ ਜਿਹੜੇ ਸਟੂਡੈਂਟ ਹੁੰਦੇ ਆ। ਕੰਮਕਾਰ ਵੀ ਨਾਲ ਮਿਲ ਜਾਂਦਾ? ਕੰਮਕਾਰ ਵੀ ਬਕਾਇਦਾ ਕਰ ਸਕਦੇ ਉਹ ਬੱਚੇ, ਉਹ ਨਾਰਮਲੀ ਤਾਂ 20 ਘੰਟੇ ਹੁੰਦੇ ਆ, ਤੇ ਪਰ ਜ਼ਿਆਦਾ ਕਰ ਸਕਦੇ ਆ, ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਕੋਈ ਪੈਸਾ ਜ਼ਿਆਦਾ ਖਰਚ ਨਹੀਂ ਆਉਂਦਾ। ਤੁਹਾਡੀ ਟਿਕਟ ਜ਼ਰੂਰ ਲੱਗਣੀ ਹੈ, ਤੁਹਾਡਾ ਜਿੰਨਾ ਤੁਸੀਂ ਸਾਲ ਦਾ ਇੱਕ ਡਿਪਲੋਮੇ ਲਈ ਐਡਮਿਸ਼ਨ ਲਈ ਹੈ, ਪਰ ਤੁਹਾਨੂੰ ਸਾਲ ਦੀ ਫੀਸ ਤੁਹਾਡੇ ਕੋਲ ਹੋਣੀ ਚਾਹੀਦੀ, ਉਹ ਪਹਿਲਾਂ ਜਮ੍ਹਾਂ ਕਰਾ ਲੈਣਗੇ ਵੀ 650 ਯੂਰੋ ਪਰ ਮੰਥ ਤੁਹਾਡੇ ਕੋਲ ਹੋਣੀ ਚਾਹੀਦੀ। ਪਰ ਤੁਸੀਂ 12 ਮਹੀਨੇ ਲਈ ਗਏ ਤੇ 650 ਨੂੰ ਯੂਰਪ ਦੇ ਲਓ ਯੂਰੋ ਨਾਲ, ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਉਹ 200-250 ਤਾਂ ਗਿਣ ਲੈਂਦੇ ਕਿਰਾਇਆ ਜਾਂ ਹੋਰ ਨਿੱਕਾ ਮੋਟਾ ਖਰਚ, ਤੇ 400 ਯੂਰੋ ਤੁਹਾਡੇ 300-350 ਯੂਰੋ ਖਾਣ ਪੀਣ ਦਾ, ਇਹ ਸਟੂਡੈਂਟ ਦੀ ਇਹ ਹੋਣੀ ਚਾਹੀਦੀ ਉਹਦੇ ਕੋਲ, ਫਿਰ ਉਹਨੂੰ ਐਡਮਿਸ਼ਨ ਦੇਣਗੇ ਉਹ ਹੈ। ਉਹਦੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਹੋਣੀ ਚਾਹੀਦੀ। ਤਕਰੀਬਨ ਸਾਲ ਦਾ ਪੂਰੇ ਦਾ ਇਕੱਠਾ ਜਮ੍ਹਾਂ ਕਰਾ ਲੈਂਦੇ। ਪਰ ਕਰੋ 3 ਸਾਲ ਵਾਸਤੇ ਜਾਂਦੇ ਆ, ਤੁਸੀਂ ਇਸ ਸਾਲ ਦਾ ਲੈ ਲਿਆ, ਜਦੋਂ ਤੁਹਾਡਾ ਖਤਮ ਹੋਣਾ ਉਦੋਂ ਅਗਲੇ ਸਾਲ ਲਈ ਫਿਰ ਤੁਹਾਨੂੰ ਜਮ੍ਹਾਂ ਕਰਾਉਣਾ ਪੈਣਾ। ਤੁਸੀਂ ਕੰਮ ਕਰ ਲਓ ਤੇ ਤੁਸੀਂ ਬਚਾ ਲਓ ਉਹਨੂੰ, ਦੈਟ ਇਜ਼ ਅਨਦਰ ਥਿੰਗ, ਹੈ ਨਾ, ਵੀ ਤੁਸੀਂ ਉਹਨੂੰ ਕਢਾਓ ਨਾ, ਕੰਮ ਕਰ ਰਹੇ ਤੁਸੀਂ ਉਹਦੇ ਨਾਲ ਗੁਜ਼ਾਰਾ ਕਰ ਰਹੇ ਤੇ ਪਏ ਤੋਂ ਅਗਲੇ ਸਾਲ ਟ੍ਰਾਂਸਫਰ ਕਰਕੇ ਨੈਕਸਟ ਈਅਰ ਦੀ 2 ਸਾਲ ਜਾਂ 3 ਸਾਲ ਦੀ ਜਿੰਨੀ ਐਜੂਕੇਸ਼ਨ ਤੁਸੀਂ ਚਾਹੁੰਦੇ ਹੋ। ਉਦੋਂ ਬਾਅਦ ਐਜੂਕੇਸ਼ਨ ਤੋਂ ਬਾਅਦ ਫਿਰ ਤੁਹਾਨੂੰ ਤੁਸੀਂ ਕੰਪਲੀਟ ਕਰ ਲਈ ਐਜੂਕੇਸ਼ਨ, ਤੁਸੀਂ ਜਿਹੜੀ ਲਾਈਨ 'ਚ ਵੀ ਕੰਪਲੀਟ ਕੀਤੀ ਹੈ ਉਹਦੇ 'ਚ ਤੁਹਾਨੂੰ ਕਿਤੇ ਜੋਬ ਮਿਲ ਗਈ, ਤੇ ਫਿਰ ਤੁਹਾਨੂੰ ਫਰਦਰ ਵੀਜ਼ਾ, ਉਹ ਜੋਬ ਵਾਲਾ ਵੀਜ਼ਾ ਮਿਲ ਜਾਣਾ ਕਿ ਯੂ ਆਰ ਵਰਕਿੰਗ। ਫਿਰ ਤੁਸੀਂ ਉੱਥੇ 5 ਸਾਲ ਜਾਂ 8 ਸਾਲ ਰਹਿ ਲੈਂਦੇ ਆ, ਵੀਜ਼ਾ ਤੁਹਾਨੂੰ 3 ਸਾਲ ਬਾਅਦ ਉਹਨਾਂ ਨੇ ਦੇ ਦੇਣਾ ਵੀ ਜੋਬ ਕਰ ਰਿਹਾ, 3 ਸਾਲ ਦਾ ਐਗਰੀਮੈਂਟ ਆ ਜਾਂਦਾ ਵੀ 3 ਸਾਲ ਪੜ੍ਹਿਆ, 3 ਸਾਲ ਦੀ ਜੋਬ ਦਾ ਇਹ ਹੋ ਗਿਆ, 6 ਸਾਲ ਹੋ ਗਏ, ਤੇ ਫਿਰ ਉਹਨਾਂ ਨੇ 3 ਸਾਲ ਦਾ ਵੀਜ਼ਾ ਹੋਰ ਦੇ ਦੇਣਾ। 3 ਸਾਲ ਤੋਂ ਬਾਅਦ ਉਹਨੂੰ ਫ੍ਰੀ ਵੀਜ਼ਾ ਮਿਲ ਜਾਣਾ। ਜੇ ਉਹ 8 ਸਾਲ 10 ਸਾਲ ਤਾਂ ਹੀ ਉੱਥੇ ਰਹਿ ਸਕਦਾ, ਤੇ ਫਿਰ ਉਹਨੂੰ ਪਾਸਪੋਰਟ ਲਈ ਅਪਲਾਈ ਕਰ ਸਕਦਾ ਉਹ ਕਿ ਮੈਂ ਇੱਥੇ ਰਹਿਣਾ। ਬੱਚੇ 3 ਸਾਲ ਜੇ ਸਕੂਲ ਜਾਂਦੇ ਆ ਤਾਂ ਉਹ ਅਪਲਾਈ, ਬੱਚਿਆਂ ਨੂੰ ਉਹਨਾਂ ਨੂੰ ਕਈ ਵਾਰੀ ਮਿਲ ਜਾਂਦਾ, ਬੱਚਿਆਂ ਨੂੰ ਪਾਸਪੋਰਟ ਜਰਮਨ ਸਿਟੀਜ਼ਨ ਹੋ ਸਕਦਾ। ਉਹਦੇ ਨਾਲ ਮਾਂ ਪਿਓ ਪੱਕਾ ਹੋ ਸਕਦਾ, ਫਿਰ ਪਿਓ ਪੱਕਾ? ਉਹ ਇਹ ਕਾਨੂੰਨ ਨਹੀਂ ਹੈਗਾ ਵੀ ਬੱਚੇ ਜੇ ਬੱਚੇ ਜਰਮਨ ਪੈਦਾ ਹੋਏ ਆ ਤੇ ਹੋ ਜਾਣ, ਨਹੀਂ, ਇਹ ਲਾ ਨਹੀਂ ਹੈਗਾ। ਇੰਗਲੈਂਡ 'ਚ ਕੁਝ ਲੀਨੀਅੰਸੀ ਹੈਗੀ ਆ, ਪਰ ਜਰਮਨ 'ਚ ਨਹੀਂ ਹੈਗੀ ਇਹ। ਤੇ ਜੇ ਇੰਡੀਅਨ ਪਾਸਪੋਰਟ ਹੈਗਾ ਤਾਂ ਫਿਰ ਬੱਚੇ ਰਹਿਣਾ ਚਾਹੁੰਦੇ ਜਰਮਨ 'ਚ ਰਹਿ ਸਕਦੇ, ਤੇ ਜੇ ਉਹ ਮਾਂ ਪਿਓ ਫ੍ਰੀ ਵੀਜ਼ੇ ਵਾਲੇ ਤਾਂ ਰਹਿ ਹੀ ਸਕਦੇ ਆ। ਪਰ ਜੇ ਕੋਈ ਹੋਰ ਕੰਡੀਸ਼ਨ ਆ ਜਾਏ ਤਾਂ ਫਿਰ ਉਹ ਇਹ ਨਹੀਂ ਵੀ ਬੱਚਿਆਂ ਦੇ ਬੇਸ 'ਤੇ, ਤੁਸੀਂ ਛੋਟੇ ਬੱਚੇ ਦੀ ਬੇਸ ਦੇ ਚਾਂਸਿਸ ਹੋ ਸਕਦੇ ਆ ਹਿਊਮੈਨਿਟੀ ਗਰਾਊਂਡ 'ਤੇ। ਵਧੇਰੇ ਕੰਮਕਾਰ ਉੱਥੇ ਕਿਹੜੇ ਫੀਲਡ ਵਿੱਚ ਹੈ ਕਿ ਨੌਜਵਾਨ ਜੇ ਇੱਧਰੋਂ ਚਾਹਣ, ਜੇ ਜਾ ਵੀ ਰਹੇ ਨੇ ਜਾਂ ਜਾਣਾ ਵੀ ਚਾਹੁੰਦੇ ਨੇ, ਪੜ੍ਹਾਈ ਦੇ ਬੇਸ ਤੇ ਜਾਂ ਕੰਮਕਾਰ ਦੇ ਬੇਸ ਤੇ? ਪੜ੍ਹਨ ਜਿਹੜੇ ਜਾਂਦੇ ਆ ਨਾ, ਤੇ ਉਹ ਫਰਦਰ ਉੱਥੇ ਪੜ੍ਹਦੇ ਆ, ਉਹਦੀ ਜਰਮਨ ਦੀ ਐਜੂਕੇਸ਼ਨ ਵੀ ਵਧੀਆ ਹੈਗੀ ਆ, ਸਟੈਂਡਰਡ ਵੀ ਉਹਦਾ ਵਧੀਆ ਹੈਗਾ। ਉਸ ਤੋਂ ਬਾਅਦ ਉਹ ਕਿਸੇ ਕੰਟਰੀ 'ਚ ਵੀ ਜਾ ਸਕਦੇ ਆ, ਇੱਥੇ ਆ ਕੇ ਵੀ, ਮਤਲਬ ਮੋਸਟਲੀ ਜਿੰਨਾ ਕੁ ਮੈਂ ਦੇਖਿਆ ਵੀ ਮੁੰਡੇ ਜਾਂਦੇ ਆ ਸ਼ੌਕ ਨਾਲ ਪੜ੍ਹ ਕੇ, ਫਿਰ ਜਦੋਂ ਉੱਥੇ ਕੰਮ ਕਰਦੇ ਆ, ਉੱਥੇ ਕੰਮ ਤਾਂ ਕੰਮ ਹੀ ਆ ਨਾ ਉਹਨਾਂ ਦਾ। ਤਾਂ ਇਹ ਆ ਵੀ ਜੇ ਤੁਸੀਂ ਕੰਮ 8 ਘੰਟੇ ਕਰਦੇ ਆ ਤੇ ਤੁਹਾਨੂੰ 15 ਮਿੰਟ ਛੁੱਟੀ ਆ, ਤੇ ਤੁਸੀਂ 16 ਮਿੰਟ ਛੁੱਟੀ ਨਹੀਂ ਕਰ ਸਕਦੇ, 15 ਮਿੰਟ ਹੀ ਛੁੱਟੀ ਹੋਊਗੀ, ਤੇ ਕੰਮ ਹੀ 8 ਘੰਟੇ ਕਰਨਾ, ਬੈਠਣਾ ਨਹੀਂ। ਇਹ ਸਖਤੀ ਤੋਂ ਫਿਰ ਕਈ ਵਾਰੀ ਬੱਚੇ ਭੱਜੇ ਆਉਂਦੇ ਵੀ ਇਹ ਬਹੁਤ ਕੰਮ ਆ ਇੱਥੇ, ਇਹਨਾਂ ਤਾਂ ਇੰਡੀਆ 'ਚ ਹੀ ਕਰ ਲਾਂਗੇ। ਬੰਗਲੌਰ ਐਰਾ ਵਗੈਰਾ ਤੇ ਬੱਚੇ ਮਿਲਦੇ, ਕਈ ਜਿਹੜੇ ਇੰਜੀਨੀਅਰ ਐਰਾ ਵਗੈਰਾ ਹੁੰਦੇ ਆ, ਉਹ ਕਹਿੰਦੇ ਯਾਰ ਇੰਨਾ ਕੰਮ ਕਰਨਾ ਉੱਥੇ ਕਰਾਂਗੇ, ਇੰਨੀ ਤਨਖਾਹ ਸਾਨੂੰ ਉੱਥੇ ਮਿਲ ਜਾਂਦੀ ਹੈ, ਤੇ ਉਹ ਫਿਰ ਉਹ ਨਹੀਂ ਰਹਿੰਦੇ ਉੱਥੇ। ਇੱਕ ਜਿਹੜੀ ਸਿਆਸੀ ਸ਼ਰਨ ਲੈਣਾ, ਉਹ ਜਰਮਨ ਦੇ ਵਿੱਚ ਕਿਸ ਤਰ੍ਹਾਂ ਦਾ ਉਹਦਾ ਪੋਲੀਟੀਕਲ ਅਸਾਈਲਮ? ਸਾਰੇ ਵੈਸੇ ਤਾਂ ਨਾਰਮਲੀ ਤਾਂ ਸਾਰੇ ਵਰਲਡ 'ਚ ਹੁੰਦੀ, ਸਾਡੇ 'ਚ ਵੀ ਸਿਆਸੀ ਤਨਖਾਹ ਅਸੀਂ 90,000 ਨੂੰ ਨਹੀਂ ਦਿੱਤੀ ਪਾਕਿਸਤਾਨੀਆਂ ਨੂੰ, ਉਹ ਦੈਟ ਵਾਜ਼ ਜਰਮਨ ਦੇ ਵਿੱਚ ਕਿਸ ਤਰ੍ਹਾਂ? ਉਹ ਤੇ ਜਰਮਨ 'ਚ ਵੀ ਉੱਥੇ ਜੋ ਜਾਂਦੇ ਆ ਤੇ ਉਹ ਇਸ ਤਰ੍ਹਾਂ ਪੋਲੀਟੀਕਲ ਸਟੇ ਲਈ ਅਪਲਾਈ ਕਰ ਦਿੰਦੇ ਆ, ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਵੀ ਇਹਨਾਂ ਨੂੰ ਵਾਪਸ ਭੇਜਿਆ ਜਾਵੇ, ਇਹਨਾਂ ਦੀ ਗਰਾਊਂਡ ਕੋਈ ਨਹੀਂ, ਕਿਸੇ ਤਰੀਕੇ ਨਾਲ ਇੰਟਰ ਹੋ ਗਈ, ਤੇ ਉਹਨਾਂ ਨੇ ਅਪਲਾਈ ਕੀਤਾ ਕਿ ਮੈਨੂੰ ਆਹ ਖਤਰਾ ਹੈ ਜਾਂ ਹੋਰ ਕੋਈ। ਜਿਹੜੇ ਤਾਂ ਰੀਅਲ ਪੋਲੀਟੀਕਲ ਆ ਉਹਨਾਂ ਦੀ ਤਾਂ ਹੋਰ ਗਰਾਊਂਡ ਹੁੰਦੀ, ਉਹਨਾਂ ਕੋਲ ਪ੍ਰੂਫਸ ਹੁੰਦੇ ਨੇ। ਜਿਹਨਾਂ ਕੋਲ ਪ੍ਰੂਫ ਨਹੀਂ ਹੁੰਦੇ ਉਹਨਾਂ ਨੂੰ ਕੋਸ਼ਿਸ਼ ਕਰਦੇ ਕਿ ਉਹਨਾਂ ਨੂੰ ਛੇਤੀ ਤੋਂ ਵਾਪਸ ਭੇਜਿਆ ਜਾਵੇ, ਤੇ ਕਈ ਵਾਰੀ ਉਹਨਾਂ ਕੋਲ ਆਈਡੈਂਟੀਫਾਈ ਨਹੀਂ ਕਰ ਸਕਦੇ ਵੀ ਅਸੀਂ ਕੀ ਹਾਂ, ਤੇ ਉਹਨਾਂ ਨੂੰ ਭੇਜਣ ਲਈ ਉਹਨਾਂ ਲਈ ਮੁਸ਼ਕਿਲ ਹੋ ਜਾਂਦਾ। ਫਿਰ ਉਹ ਜਿੰਨੀ ਦੇਰ ਉਹਨਾਂ ਦਾ ਪਤਾ ਨਹੀਂ ਲੱਗਦਾ ਵੀ ਕੀ ਹੈਗੇ ਆ, ਕਿਹੜੇ ਕੰਟਰੀ ਤੋਂ,
ਉਨੀ ਦੇਰ ਉਹ ਫਿਰ ਉੱਥੇ ਚੱਲੀ ਜਾਂਦਾ ਰਿਹਾ, ਮਹੀਨਾ 2 ਮਹੀਨੇ ਇਸ ਤਰ੍ਹਾਂ ਵੀਜ਼ੇ ਦਿੰਦੇ ਰਹਿੰਦੇ ਆ। ਜੇ ਕੰਮ ਕਰਦੇ ਹੁਣ ਤਾਂ ਕੰਮ ਕਰੀ ਜਾਂਦੇ ਰਹਿੰਦੇ। ਹੁਣ ਪਹਿਲਾਂ ਤਾਂ ਕੰਮ ਬੰਦ ਕਰਤਾ ਸੀ ਉਹਨਾਂ ਨੇ, ਜਿਹੜੇ ਪੋਲੀਟੀਕਲ ਸਫਰਰ ਸੀ ਉਹਨਾਂ ਲਈ ਕੋਈ ਕੰਮ ਨਹੀਂ ਸੀਗਾ। ਅਤੇ ਉਦੋਂ ਬਾਅਦ ਫਿਰ ਉਹਨਾਂ ਨੇ, ਹੁਣ ਉਹਨਾਂ ਨੂੰ ਲੋੜ ਪਈ ਲੇਬਰ ਦੀ, ਫਿਰ ਉਹਨਾਂ ਨੇ ਉਹਨੂੰ ਕਹਿੰਦੇ ਤੁਸੀਂ ਕੰਮ ਵੀ ਕਰ ਸਕਦੇ ਜਿੰਨੀ ਦੇਰ ਤੁਸੀਂ ਨਹੀਂ ਜਾਂਦੇ। ਅਤੇ ਉਹ ਹੁਣ ਮੁੰਡੇ ਸਾਰੇ ਕੰਮ ਕਰਦੇ ਜਿਹੜੇ ਕੋਈ ਉੱਥੇ ਇਸ ਤਰ੍ਹਾਂ ਰਹਿ ਰਹੇ ਆ। ਅਤੇ ਜਿਹੜੇ ਬੰਦੇ ਆਲਰੇਡੀ ਜੋਬਸ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਜਿਹੜੇ ਬੰਦੇ ਪੜ੍ਹਨ ਗਏ ਉਹਨਾਂ ਨੂੰ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ, ਜਿੱਥੇ ਮਰਜ਼ੀ ਕੰਮ ਕਰ ਲੈਣ ਉਹ। ਅਤੇ ਮਤਲਬ 2-3 ਜਿਹੜੀਆਂ ਕੈਟੇਗਰੀ 'ਚ ਨੇ। ਮੈਰਿਜ ਵਾਲਿਆਂ ਨੂੰ ਤਾਂ ਪ੍ਰੋਬਲਮ ਹੈ ਹੀ ਨਹੀਂ, ਉਹ ਤਾਂ ਜਦੋਂ ਮੈਰਿਜ ਕਰਾ ਲਈ ਅਤੇ ਉਹ ਜਿੱਥੇ ਮਰਜ਼ੀ ਕੰਮ ਕਰੇ, ਵਾਈਫ ਨਾਲ ਜਦੋਂ ਰਹਿੰਦਾ ਅਤੇ ਉਹਨੂੰ ਕੋਈ ਪ੍ਰੋਬਲਮ। ਜੀ, ਪੰਜਾਬੀ ਸੱਭਿਆਚਾਰ ਕਿੱਦਾਂ ਦਾ ਉੱਥੇ? ਪਰਿਵਾਰ ਜਿਹੜੇ ਨੇ ਪੰਜਾਬੀਆਂ ਦੇ ਉਹ ਕਿਸ ਤਰ੍ਹਾਂ ਰਹਿੰਦੇ ਨੇ? ਕਿਸ ਤਰ੍ਹਾਂ ਦਾ ਸੱਭਿਆਚਾਰਕ ਮਾਹੌਲ ਕਿੱਦਾਂ ਦਾ ਉੱਥੇ? ਸੱਭਿਆਚਾਰ ਆਪਣੇ ਵਾਂਗੂ ਨਹੀਂ ਹੈਗਾ ਵੀ ਵਿਹਲੇ ਚਲੇ ਗਏ ਅਤੇ ਬਾਜ਼ਾਰ 'ਚ ਗੱਪਾਂ ਮਾਰਦੇ ਫਿਰਦੇ ਰਹੇ। ਸਿਸਟਮ ਸੰਡੇ ਨੂੰ ਕਿਤੇ ਜਿੱਥੇ ਗੁਰਦੁਆਰੇ ਹੈਗੇ, ਜਿਵੇਂ ਹੈਮਬਰਗ ਆ, ਫਰੈਂਕਫਰਟ ਆ, ਮਿਊਨਚਨ ਆ, ਅਤੇ ਜਿਹੜੇ ਵੱਡੇ ਸ਼ਹਿਰ ਆ ਜਾਂ ਨਾਲ ਦੇ ਵੱਡੇ ਸ਼ਹਿਰ 'ਚ, ਉੱਥੇ ਜਿਹੜੇ ਜਿੰਨੇ ਕੁ ਉਹਦੇ ਆਸੇ ਪਾਸੇ ਰਹਿੰਦੇ ਆ ਪੰਜਾਬੀ, ਜੇ ਚਾਹੁਣ ਗੁਰਦੁਆਰੇ ਸਾਰੇ ਨਹੀਂ ਲੋਕ ਜਾਂਦੇ ਗੇ। ਅਤੇ ਕਈ ਵਾਰੀ ਕੰਮ ਦੀ ਮਜਬੂਰੀ ਹੁੰਦੀ ਵੀ ਉਹਨਾਂ ਨੇ ਗੁਰਦੁਆਰੇ ਜਾਣਾ, ਅਤੇ ਗੁਰਦੁਆਰੇ ਦਾ ਟਾਈਮ 12 ਵਜੇ, ਅਤੇ 12 ਵਜੇ ਉਹਨਾਂ ਨੇ ਕੰਮ 'ਤੇ ਜਾਣਾ, ਫਿਰ ਉਹ ਨਹੀਂ ਲੋਕ ਜਾਂਦੇ। ਜਾਂ ਮਤਲਬ ਇਸ ਤਰ੍ਹਾਂ ਦਾ ਹੈ। ਕੋਈ ਜ਼ਿਆਦਾ ਨਹੀਂ ਕਹਿ ਸਕਦੇ ਵੀ ਬਹੁਤ ਜ਼ਿਆਦਾ ਘੋਲ ਮਿਲ। ਹਾਂ, ਵੀਕਐਂਡ 'ਤੇ ਜਾਂ ਛੁੱਟੀ ਵਾਲੇ ਦਿਨ ਜਿਹੜੀ ਫਰੈਂਡਸ਼ਿਪ ਕਿਸੇ ਨਾਲ ਹੈਗੀ ਉਹ ਇਕੱਠੇ ਹੋ ਕੇ ਬੈਠਦੇ ਉੱਠਦੇ ਆ। ਮੇਨਲੀ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ? ਕਿਉਂਕਿ ਜਦੋਂ ਇੱਥੋਂ ਪੰਜਾਬ ਦੇ ਕਲਚਰ 'ਚ ਉੱਠ ਕੇ ਜਰਮਨ ਦੇ ਕਲਚਰ ਵਿੱਚ ਜਾ ਕੇ ਉੱਥੇ ਉਹਨਾਂ ਦੇ ਵਾਂਗੂ ਉਹਨਾਂ ਲੋਕਾਂ ਦੇ ਨਾਲ ਰਹਿਣਾ ਪੈਂਦਾ, ਕਿਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਅਤੇ ਕਿਹੜੀਆਂ ਚੀਜ਼ਾਂ ਤੋਂ ਸਾਵਧਾਨ ਰਹਿਣਾ ਚਾਹੀਦਾ? ਕਿਉਂਕਿ ਅਕਸਰ ਤੁਹਾਨੂੰ ਪਤਾ ਹੈ ਕਿ ਪੰਜਾਬੀ ਕਿਤੇ ਨਾ ਕਿਤੇ ਜਦੋਂ ਕਿਸੇ ਮੁਕਾਮ 'ਤੇ ਪਹੁੰਚਦੇ ਨੇ ਜਾਂ ਮਿਹਨਤ ਕਰਦੇ ਨੇ ਫੀਲਡ ਵਿੱਚ, ਕਈ ਵਾਰੀ ਨਹੀਂ ਵੀ ਨੌਲੇਜ ਹੁੰਦੀ ਕਿ ਅਸੀਂ ਜਿਹੜੇ ਮੁਲਕ ਵਿੱਚ ਆਏ ਹਾਂ ਉੱਥੋਂ ਦੇ ਕਾਨੂੰਨ ਕਿਸ ਤਰ੍ਹਾਂ ਦੇ ਨੇ, ਸਾਨੂੰ ਕਿਹੜਾ ਕੰਮ ਕਰਨਾ ਚਾਹੀਦਾ, ਕਿਹੜਾ ਕੰਮ ਨਹੀਂ ਕਰਨਾ ਚਾਹੀਦਾ ਉੱਥੇ। ਦੇਖੋ ਭਾਜੀ, ਜਦੋਂ ਅਸੀਂ ਗਏ ਸੀ ਉਦੋਂ ਐਜੂਕੇਟਡ ਲੋਕ ਘੱਟ ਗਏ ਸੀ। ਉਦੋਂ ਬਾਅਦ ਦੇ ਵਿੱਚ ਵੀ ਕਾਫੀ ਦੇਰ ਤੱਕ ਜਿਹੜੇ ਲੋਕ ਗਏ, ਬੱਚੇ ਗਏ, ਉਹ ਏਜੰਟਾਂ ਰਾਹੀਂ ਭੇਜੇ ਗਏ, ਉਹ ਜ਼ਿਆਦਾ ਕੁਆਲੀਫਾਈਡ ਨਹੀਂ ਸੀ। ਅਤੇ ਉੱਥੇ ਤਾਂ ਸਿਸਟਮ ਵਰਡ ਦਾ ਹੀ ਇਹ ਹੈ ਕਿ ਵੈਨ ਯੂ ਆਰ ਇਨ ਰੋਮ ਡੂ ਐਜ਼ ਰੋਮਨਸ ਡੂ। ਤੁਹਾਨੂੰ ਕਲਚਰ ਨੂੰ ਸਿੱਖਣਾ ਪੈਂਦਾ ਕਿ ਤੁਸੀਂ ਇੱਥੇ ਆਏ ਆ ਅਤੇ ਇਹ ਕਿਵੇਂ ਰਹਿੰਦੇ ਅਤੇ ਕਿਵੇਂ ਰਹਿਣਾ ਚਾਹੀਦਾ। ਅਤੇ ਜੇ ਤੁਸੀਂ ਉਹਨੂੰ ਫੋਲੋ ਕਰ ਲੈਂਦੇ ਆ ਕਿ ਇਹ ਲੋਕ ਤਾਂ ਕੰਮ ਲਈ ਜੰਮੇ ਅਤੇ ਕੰਮ ਲਈ ਹੈਗੇ ਆ, ਅਤੇ ਤੁਹਾਨੂੰ ਵੀ ਕੰਮ ਕਰਨਾ ਚਾਹੀਦਾ। ਅਤੇ ਸਾਨੂੰ ਝੂਠ ਅਤੇ ਠੱਗੀਆਂ ਵੁੱਗੀਆਂ ਵਾਲਾ ਕੰਮ ਛੱਡ ਦੇਣਾ ਚਾਹੀਦਾ। ਇਸ ਤਰ੍ਹਾਂ ਦੇ ਅਡੋਪਟ ਕਰਨੇ ਚਾਹੀਦੇ, ਕਿਉਂਕਿ ਉਹ ਲੋਕ ਨਾ ਤੁਹਾਨੂੰ ਝੂਠ ਬੋਲਦੇ ਆ, ਨਾ ਤੁਹਾਨੂੰ ਗਲਤ ਬਿਆਨਬਾਜ਼ੀ ਕਰਦੇ ਆ, ਫਰੈਂਕ ਹੈਗੇ ਆ, ਹਾਂਜੀ, ਸਟ੍ਰਿਕਟ ਹੈਗੇ ਆ। ਅਤੇ ਜੇ ਤੁਸੀਂ ਲਿਚ-ਗੜੀਚੀਆਂ ਮਾਰੋਗੇ ਤਾਂ ਫਿਰ ਤੁਹਾਡੇ 'ਤੇ ਯਕੀਨ ਨਹੀਂ ਕਰਦੇ। ਯਕੀਨ ਇੱਕ ਐਸੀ ਚੀਜ਼ ਹੈ, ਜੇ ਉਹ ਟੁੱਟ ਗਿਆ ਤਾਂ ਫਿਰ ਟੁੱਟ ਗਿਆ। ਫਿਰ ਜੇ ਤੁਸੀਂ ਉਹਨਾਂ ਦਾ ਯਕੀਨ ਤੋੜਤਾ, ਫਿਰ ਤੁਸੀਂ ਭਾਵੇਂ ਸਿਉਣੇ ਦੇ ਹੋ ਗਏ ਤੁਰੇ ਫਿਰੋ, ਤੁਹਾਡੇ 'ਤੇ ਯਕੀਨ ਨਹੀਂ ਕਰਦੇ। ਫੇਥ ਉਹਨੂੰ ਜਰਮਨ 'ਚ ਗਲੋਬਨ ਕਹਿੰਦੇ, ਵੀ ਯਕੀਨ ਕਰਨਾ। ਗਲੋਬਨ ਉਹਦਾ ਵੀ ਜੇ ਯਕੀਨ ਟੁੱਟ ਗਿਆ ਫਿਰ ਖਤਮ ਹੋ ਗਿਆ। ਤਾਂ ਇਸ ਤਰ੍ਹਾਂ ਦੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਇੱਕ ਟਾਈਮ ਦੀ ਕਦਰ ਕਰਨੀ ਚਾਹੀਦੀ। ਉਹ ਲੋਕ ਟਾਈਮ ਲਈ, ਉਹ ਕਹਿੰਦੇ ਜੇ ਤੁਸੀਂ ਟਾਈਮ ਨੂੰ ਵੇਸਟ ਕਰ ਲਿਆ ਤਾਂ ਮਨੀ ਵੇਸਟ ਕਰ ਲਈ। ਵੀ ਜੇ ਟਾਈਮ ਅਤੇ ਆਪਣੇ ਤਾਂ ਟਾਈਮ ਵੇਸਟ ਹੀ ਟਾਈਮ ਕਰਦੇ ਆ, ਅਤੇ ਮਨੀ ਤਾਂ ਵੇਸਟ ਆਟੋਮੈਟਿਕਲੀ ਨਹੀਂ। ਉਹ ਲੋਕ ਟਾਈਮ ਵੇਸਟ ਨਹੀਂ ਕਰਦੇ, ਪਰਫੈਕਟ ਆ ਟਾਈਮ ਦੇ। ਜੇ ਕਿਸੇ ਨੂੰ ਕਿਹਾ ਵੀ ਮੈਂ ਤੈਨੂੰ 5 ਵਜੇ ਮਿਲੀ ਤਾਂ 5 ਵਜੇ ਹੀ ਮਿਲਣਗੇ। 1 ਮਿੰਟ ਪਹਿਲਾਂ ਭਾਵੇਂ ਹੁਣ, ਤਾਂ ਇਹ ਨਹੀਂ ਵੀ 15 ਮਿੰਟ ਬਾਅਦ ਨਾ। ਈਵਨ ਕਿ ਤੁਹਾਨੂੰ ਪੰਕਚੁਅਲਿਟੀ ਦੀ ਇਹ ਗੱਲ ਆ ਕਿ ਜੇ ਤੁਸੀਂ ਬੱਸ 'ਚ ਬੈਠੇ ਆ, ਟ੍ਰੇਨ 'ਚ ਬੈਠੇ ਆ, ਐਗਜ਼ੈਕਟ ਟਾਈਮ 5 ਵਜੇ ਉਹਨੇ ਕਿਸੇ ਸਟੇਸ਼ਨ 'ਤੇ ਆਉਣਾ, ਤੁਹਾਨੂੰ 5 ਵਜੇ ਤੋਂ ਜੇ 2 ਮਿੰਟ ਪਹਿਲਾਂ ਆ ਗਈ, ਤੁਹਾਨੂੰ 2 ਮਿੰਟ ਹੌਲੀ ਹੋ ਜਾਣਾ ਕਿ 5 ਵਜੇ ਪਹੁੰਚਣਾ ਮੈਂ ਸਟੇਸ਼ਨ 'ਤੇ। ਅਤੇ ਚੱਲਣਾ ਵੀ ਜੇ 2 ਮਿੰਟ ਸਟੇ ਕਰਨਾ ਤਾਂ 2 ਮਿੰਟ ਬਾਅਦ ਚੱਲ ਪੈਣਾ। ਮਤਲਬ ਪੰਕਚੁਅਲਿਟੀ ਹੈ ਉੱਥੇ ਹਰ ਚੀਜ਼ 'ਚ, ਕੰਮ 'ਚ, ਟਾਈਮ 'ਚ। ਪੰਜਾਬੀ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਖੀਰ ਦੇ ਵਿੱਚ? ਪੰਜਾਬੀ ਵੀਰਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਜ਼ਰੂਰ ਬਾਹਰ ਜਾਣਾ ਚਾਹੀਦਾ ਜਿਹੜੇ ਸ਼ੌਕੀਨ ਹਨ, ਪਰ ਉਹਨਾਂ ਨੂੰ ਆਪਦੀਆਂ ਜਿਹੜੀਆਂ ਹੈਗੀਆਂ ਖਾਹਿਸ਼ਾਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ। ਨੰਬਰ 2, ਜਿਸ ਕੰਟਰੀ 'ਚ ਵੀ ਜਾਂਦੇ ਉਸ ਕੰਟਰੀ ਦੇ ਕਲਚਰ ਨੂੰ ਪਹਿਲਾਂ ਥੋੜ੍ਹਾ ਘਣਾ ਪੜ੍ਹਨਾ ਚਾਹੀਦਾ, ਵੀ ਉੱਥੇ ਲੋਕ ਰਹਿੰਦੇ ਕਿਵੇਂ ਆ, ਕੀ ਕਰਦੇ ਆ, ਅਤੇ ਤਾਂ ਕਿ ਤੁਹਾਨੂੰ ਉੱਥੇ ਜਾ ਕੇ ਤਕਲੀਫ ਨਾ ਹੋਵੇ ਕੋਈ। ਅਤੇ ਜਿਹੜਾ ਸੈਟਲਮੈਂਟ ਜਾਂ ਜਾਣ ਦਾ ਤਰੀਕਾ ਇਹ ਤਾਂ ਤੁਸੀਂ ਹੁਣ ਅਡਾਪਟ ਕਰਨਾ ਕਿ ਤੁਸੀਂ ਕਿਵੇਂ ਜਾਂਦੇ ਆ। ਮਾਂ ਪਿਓ ਜਿਹੜੇ ਲੜਕੀਆਂ ਨੇ ਉਹਨਾਂ ਲਈ ਕੀ ਸੁਨੇਹਾ? ਲੜਕੀਆਂ ਲਈ ਤਾਂ ਇਹੀ ਹੈ ਵੀ ਜਦੋਂ ਉਹਨਾਂ ਨੇ ਮੈਰਿਜ ਕਰਾਉਣੀ ਆ, ਉਹ ਮੁੰਡੇ ਨੂੰ ਹਰ ਚੀਜ਼ ਪੁੱਛਣ। ਮੋਸਟਲੀ ਅੱਜ ਕੱਲ੍ਹ ਤਾਂ ਕੁੜੀਆਂ ਸਾਰੀਆਂ ਪੜ੍ਹੀਆਂ ਲਿਖੀਆਂ। ਮੁੰਡਾ ਜਦੋਂ ਆਉਂਦਾ ਅਤੇ ਉਹਨੂੰ ਉਹ ਪੁੱਛਣ ਕਿ ਤੂੰ ਕੀ ਕਰਦਾ, ਉੱਥੇ ਕਿੱਥੇ ਰਹਿਣਾ, ਕਿਹੜੇ ਪਿੰਡ ਰਹਿਣਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਕੰਟਰੀ 'ਚ ਰਹਿੰਦਾ ਉੱਥੋਂ ਦੇ ਹੋਰ ਬੰਦਿਆਂ ਨੂੰ ਲੱਭ ਕੇ ਉਹਦੇ ਬਾਰੇ ਪਤਾ ਕਰਨਾ ਚਾਹੀਦਾ। ਅੱਖਾਂ ਮੀਚ ਕੇ ਮੈਰਿਜ ਨਹੀਂ ਕਰਾਉਣੀ ਚਾਹੀਦੀ, ਅਤੇ ਨਾ ਪੇਰੈਂਟਸ ਨੂੰ ਕਰਨੀ ਚਾਹੀਦੀ, ਤਾਂ ਕਿ ਉਹਨਾਂ ਨੂੰ ਕੁੜੀਆਂ ਵਿਚਾਰੀਆਂ ਸਫਰ ਨਾ ਕਰਨ।
ਮੈਂ ਪਰਸੋਂ ਚੌਥ ਚੰਡੀਗੜ੍ਹ ਤੋਂ ਦੇਖ ਰਿਹਾ ਸੀਗਾ, ਉਹ ਇਟਲੀ ਦਾ ਦਿਖਾ ਰਹੇ ਸੀ, ਉੱਥੋਂ ਦਾ ਆਸਟ੍ਰੇਲੀਆ ਦਾ। ਅਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਜਿਹੜੇ, ਮੈਂ ਵੀਰਾਂ ਨੂੰ ਇਹੀ ਕਹੂੰਗਾ ਕਿ ਇਸ ਤਰ੍ਹਾਂ ਦੇ ਕੰਮ ਨਾ ਕਰੋ। ਜਦੋਂ ਤੁਸੀਂ ਪੱਕੇ ਹੋ ਜਾਂਦੇ ਹੋ ਉਦੋਂ ਹੀ ਤੁਸੀਂ ਮੈਰਿਜ ਕਰਾਓ, ਜਦੋਂ ਤੁਸੀਂ ਵਧੀਆ ਸੈਟਲ ਹੋ ਜਾਂਦੇ ਹੋ ਉਦੋਂ ਹੀ ਤੁਸੀਂ ਆ ਕੇ ਮੈਰਿਜ ਕਰਾਓ, ਤਾਂ ਕਿ ਜਿਹੜੇ ਅੱਜ ਕੱਲ੍ਹ ਚੱਲ ਰਹੀ ਹੈ ਟ੍ਰੈਂਡਸੀ ਲੋਕਾਂ ਦੀ, ਇਹ ਨਹੀਂ ਹੋਣੀ ਚਾਹੀਦੀ। ਅਤੇ ਇਹੀ ਕਹੂੰਗਾ ਮੈਂ ਤਾਂ ਪੰਜਾਬੀ ਵੀਰਾਂ ਨੂੰ। ਔਰ ਚੈਨਲ, ਸਾਡੇ ਪੰਜਾਬ ਦੇ ਚੈਨਲ ਇੰਨਾ ਸੋਹਣਾ ਕੰਮ ਕਰ ਰਹੇ ਆ, ਵਿਚਾਰੇ ਮਿਹਨਤ ਕਰ ਰਹੇ ਆ, ਇਹਨਾਂ ਦਾ ਵੀ ਸ਼ੁਕਰਗੁਜ਼ਾਰ ਸਾਨੂੰ ਹੋਣਾ ਚਾਹੀਦਾ। ਪਰ ਜੇ ਤੁਸੀਂ ਇਹਨਾਂ ਦੀ ਹੈਲਪ ਕਰੋਗੇ ਤਾਂ ਹੀ ਅੱਗੇ ਲੋਕਾਂ ਦੀ ਹੈਲਪ ਕਰ ਸਕਣਗੇ, ਅਦਰਵਾਈਜ਼ ਤਾਂ। ਬਿਲਕੁਲ, ਪੰਜਾਬੀ ਵਿਰਸੇ ਦੀ ਆਵਾਜ਼ ਜਿਹੜੀ ਆ ਉਹ ਹਰ ਪਾਸੇ ਪਹੁੰਚਣੀ ਚਾਹੀਦੀ ਹੈ। ਸੇਖੋਂ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਵਕੀਲ ਦੀ ਸਲਾਹ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਹੋ ਗਈ ਹੋਵੇ ਕੋਈ ਵੱਧ ਘੱਟ ਬੋਲ ਗਿਆ ਤਾਂ ਮਾਫੀ ਚਾਹੁੰਦਾ। ਥੈਂਕ ਯੂ ਵੈਰੀ ਮੱਚ ਮੇਰੇ ਵੀਰ ਦਾ, ਇਹਨਾਂ ਨੇ ਮੌਕਾ ਦਿੱਤਾ। ਆਪਣੀ ਮਤਲਬ ਥੋੜ੍ਹਾ ਜਿਹਾ ਭੱਜ ਦੌੜ ਜਿਹੀ ਸੀ, ਅਤੇ ਪਰ ਇਹਨਾਂ ਨੇ ਵਧੀਆ, ਮੇਰੀ ਖਾਹਿਸ਼ ਸੀ ਕਿ ਜ਼ਰੂਰ ਦੱਸਿਆ ਜਾਵੇ ਸਾਰਿਆਂ ਨੂੰ ਕਿ ਭਾਈ ਸਾਨੂੰ ਕੀ ਕਰਨਾ ਚਾਹੀਦਾ ਤਾਂ ਕਿ ਸਾਡਾ ਪੰਜਾਬ, ਸਾਡਾ ਇੰਡੀਆ ਸਾਰਾ, ਅਸੀਂ ਆਪਣੇ ਪੇਰੈਂਟਸ ਨੂੰ, ਆਪਣੇ ਦੋਸਤਾਂ ਨੂੰ, ਆਪਣੇ ਯਾਰਾਂ ਲਈ ਵਧੀਆ ਉਦਾਹਰਨ ਬਣ ਸਕੇ। ਜੀ ਸੇਖੋਂ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਸਾਡੇ ਨਾਲ ਮੌਜੂਦ ਸਨ ਐਡਵੋਕੇਟ ਸੇਖੋਂ ਸਾਹਿਬ, ਜਿਨ੍ਹਾਂ ਨੇ ਬੜੇ ਵਿਸਥਾਰ ਨਾਲ ਦੱਸਿਆ ਕਿ ਕਿਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ, ਜਰਮਨ ਮੁਲਕ ਦੇ ਵਿੱਚ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਸਕਦੀਆਂ ਨੇ, ਕਿਸ ਤਰ੍ਹਾਂ ਦੀਆਂ ਜਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਦੇ ਜਿਹੜੇ ਧੀਆਂ ਦੇ ਮਾਪੇ ਨੇ ਉਹਨਾਂ ਨੂੰ ਵੀ ਕਿਵੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਧਰੋਂ ਇਹ ਨਾ ਹੋਵੇ ਕਿ ਕਿਤੇ ਫਰਾਡ ਹੋ, ਜਦੋਂ ਠੱਗੀ ਵੱਜਦੀ ਹੈ ਉਸ ਤੋਂ ਬਾਅਦ ਮਾਪੇ ਪਛਤਾਉਂਦੇ ਨੇ। ਚੰਗਾ ਇਹੀ ਹੈ ਕਿ ਕੁੜੀਆਂ ਦੇ ਭਵਿੱਖ ਦੇ ਲਈ ਮਾਪਿਓ ਸਾਵਧਾਨ ਰਹਿਣ, ਮੁੰਡੇ ਵੀ ਸਾਵਧਾਨ ਰਹਿਣ ਕਿ ਉਹਨਾਂ ਮੁਲਕਾਂ ਦੇ ਵਿੱਚ ਤੁਸੀਂ ਜੇਕਰ ਪੱਕੇ ਹੋਣਾ ਹੈ ਜਾਂ ਜਿਵੇਂ ਵੀ ਆਪਣੇ ਪੈਰ ਜਮਾਉਣੇ ਨੇ, ਉਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜੀਆਂ ਸੇਖੋਂ ਸਾਹਿਬ ਦੱਸ ਰਹੇ ਨੇ। ਅਗਲੀ ਵਾਰੀ ਸਵੇਰੇ 8 ਵਜੇ ਹਰ ਸ਼ਨੀਵਾਰ ਇਹ ਪ੍ਰੋਗਰਾਮ ਫਿਰ ਤੋਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਹਰ ਸ਼ਨੀਵਾਰ ਇਹ ਪ੍ਰੋਗਰਾਮ D5 ਚੈਨਲ ਪੰਜਾਬੀ ਦੇ YouTube 'ਤੇ ਸਵੇਰੇ 8 ਵਜੇ ਚੱਲਦਾ ਹੈ, ਜਿਸ ਦੇ ਦੌਰਾਨ ਅਸੀਂ ਵਕੀਲ ਦੀ ਸਲਾਹ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਐਡਵੋਕੇਟਸ ਲੈ ਕੇ ਵੱਖ-ਵੱਖ ਧਾਰਾਵਾਂ ਦੇ ਉੱਤੇ, ਵੱਖ-ਵੱਖ ਕੇਸਾਂ ਦੇ ਉੱਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਰੂਬਰੂ ਹੁੰਦੇ ਆ। ਤੁਸੀਂ ਆਪਣੇ ਵਿਚਾਰ ਜਿਹੜੇ ਕਮੈਂਟ ਕਰਕੇ ਰੱਖ ਸਕਦੇ ਹੋ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਚੈਨਲ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।